एंड जो भी असी अजकल डोर नाके जो भी कर रहे हैं एक ही इशू दोबारा आ रहा जिहड़ा क्राइम का इशू आ यह बहुत ज़्यादा वड्डा इशू आ क्योंकि क्राइम दे नाल जिहड़ी सिटी क्राइम दे नाल प्लेगड आ ना उत्थे इन्वेस्टमेंट भी नहीं आती इंफ्रास्ट्रक्चर भी नहीं बिल्ड हुंदा ते होर भी सारे जिहड़े गवर्नमेंट काउंटर पार्ट्स आ वो भी नहीं इन्वेस्ट करते। इस इलैक्शन दे विच तुहानूं भी कुछ जरूर सिੱਖਣ ਨੂੰ ਮਿਲਿਆ ਹੋਣਾ ਵੋਟਰਸ ਤੋਂ ਅਤੇ ਕਿਹੜਾ ਕੰਮ ਸਿਟੀ ਵਿੱਚ ਹੋਣਾ ਸੀ ਜਿਹੜਾ ਕਿ ਹੋਇਆ ਨਹੀਂ ਆ। ਉਹ ਹਮੇਸ਼ਾ ਹੀ ਲੋਕਾਂ ਨੂੰ ਵਾਅਦੇ ਕੀਤੇ ਜਾਂਦੇ ਆ, ਉਹ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਜਾਂਦੇ? ਕੁਝ ਕੁ ਲੋਕ ਨੇ ਜਿਹੜੇ ਕਿ ਖੁਸ਼ ਕੀਤੇ ਜਾਂਦੇ ਨੇ, ਦੂਜੇ ਲੋਕ ਜਿਹੜੇ ਨੇ ਬੜੇ ਪਰੇਸ਼ਾਨ ਨੇ ਜਦ ਕਿ ਟੈਕਸ ਉਹਨਾਂ ਉਹ ਦਿੰਦੇ ਆ ਉਹਨਾਂ ਹੀ ਦੂਜਾ ਦਿੰਦੇ ਆ। ਹਾਂਜੀ, ਪਰ ਕੁਝ ਲੋਕ ਨੇ ਜਿੱਥੇ ਕਿ ਜਿਨ੍ਹਾਂ ਦੇ ਰਾਹੀਂ ਲੋਕਾਂ ਦੇ ਕੰਮ ਹੁੰਦੇ ਨੇ ਸਿਟੀ ਵਿੱਚ। ਇਹ ਬੜੀ ਅਜੀਬ ਕਿਸਮ ਦੀ ਗੱਲ ਹੈ। ਹਾਂਜੀ, ਇਹ ਤੁਹਾਡੀ ਗੱਲ ਬਹੁਤ ਸਹੀ ਆ। ਸਾਰਿਆਂ ਤੋਂ ਪਹਿਲਾਂ ਤੁਹਾਡਾ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਤੁਸੀਂ ਟੈਕਸ ਮਨੀ ਦਿੱਤੀ ਆ ਉਹ ਬਹੁਤ ਜ਼ਿਆਦਾ ਮਿਸਯੂਜ਼ ਹੋਈ ਆ। ਉਹ 20 to 30 ਮਿਲੀਅਨ ਡਾਲਰ ਇੱਕ ਸਾਲ। आई थिंक दिस इज एंडारसिंग और पील पुलिस या आई डोंट नो कि सिस्टम की है और ये आने वाला समा दसेगा। जिन्होंने देखे जाए कि गलत काम किया उन्होंने अरेस्ट होना है। बड़े बड़े इतने पॉलिटिशियन मंत्री ये नहीं कि सिर्फ साडे पंजाब विच ही बाहरले देशों में भी होंदे ने। साडे कैनेडा की हिस्टरी विच देखी जाए कि बहुत सारी इहो जी सिटी ने एतवार नूं तुसीं अपनी वोट नूं कास्ट करना सी। बहुत वड्डी गिनती विच ਵੱਖ-ਵੱਖ ਸਿਟੀਜ਼ ਦੇ ਵਿੱਚ ਇਹ ਜਾਣਕਾਰੀ ਅਸੀਂ ਪ੍ਰਾਪਤ ਕਰ ਚੁੱਕੇ ਹਾਂ ਕਿ ਲੋਕਾਂ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਇਸ ਲੌਂਗ ਵੀਕਐਂਡ ਤੇ ਤੁਸੀਂ ਦੂਰ ਦਰੇਡੇ ਲੌਂਗ ਵੀਕਐਂਡ ਇੰਜੋਏ ਕਰਨ ਲਈ ਜਾਂਦੇ ਹੋ। ਖੈਰ ਨੈਕਸਟ ਜਿਹੜੀ ਲੌਂਗ ਵੀਕਐਂਡ ਨਹੀਂ ਹੈ ਉਂਝ ਵੀਕਐਂਡ ਹੈ ਔਰ 15 ਅਤੇ 16 ਤਰੀਕ ਨੂੰ ਫਿਰ ਤੁਸੀਂ ਆਪਣਾ ਐਡਵਾਂਸ ਪੋਲਿੰਗ ਜਿਹੜਾ ਹੈ ਉਹ ਵੀਕਐਂਡ ਹੈ ਔਰ ਉਸ ਦਿਨ ਤੁਸੀਂ ਆਪਣੀ ਵੋਟ ਨੂੰ ਕਾਸਟ ਕਰਨਾ ਭੁੱਲ ਨਹੀਂ ਜਾਣਾ ਕਿਉਂਕਿ ਦੀਵਾਲੀ ਵਾਲੇ ਦਿਨ ਇਲੈਕਸ਼ਨ ਡੇ ਦਾ ਫਾਈਨਲ ਡੇ ਆ। ਉਸ ਦਿਨ ਤੁਸੀਂ ਕਾਫੀ ਬਿਜ਼ੀ ਹੋਵੋਗੇ। ਰਿਜ਼ਿਊਮੇ ਪਰ ਹੀ ਤੁਹਾਡਾ ਹੀ ਉਹ ਵੀ ਦੇਖਿਆ ਜਾਵੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੀ ਜ਼ਿੰਦਗੀ ਹੋਵੇਗੀ। ਸੋ ਮੈਂ ਚਾਹੂੰਗਾ ਕਿ ਤੁਸੀਂ ਆਪਣੀ ਵੋਟ ਨੂੰ ਨੈਕਸਟ ਵੀਕ ਦੇ ਵਿੱਚ ਨੈਕਸਟ ਵੀਕਐਂਡ ਤੇ ਆਪਣੀ ਵੋਟ ਨੂੰ ਕਾਸਟ ਸ਼ੁਰੂ ਕਰਨਾ। ਸਾਡੇ ਮਹਿਮਾਨ ਨੇ ਨਿੱਕੀ ਕੌਰ ਜੀ, ਵੈਲਕਮ ਟੂ ਸ਼ੋ। ਥੈਂਕ ਯੂ। ਪਿਛਲੇ ਕੁਝ ਕੁ ਹਫ਼ਤੇ ਤੋਂ ਚੱਲਦੀ ਕੈਂਪੇਨ ਦਾ ਜਿਹੜਾ ਹੰਗਾਰਾ ਤੁਹਾਨੂੰ ਮਿਲ ਰਿਹਾ ਕੀ ਮਹਿਸੂਸ ਕਰ ਰਹੇ ਹੋ? बहुत वधिया रिस्पॉन्स आ रही है। असी दिनों दिन नवी मोमेंटम पिकअप कर रही है। अपनी कम्यूनिटी बहुत सपोर्टिव आ, होर सारे ग्रुप्स भी बहुत सपोर्टिव आ। पर एक गल दोबारा आ रही है भी सारिਆਂ ਨੂੰ एक इनकरेज किया जाए भी वोट जरूर पाओ। ये बहुत जरूरी आ भी तुसी जाके वोट पाओ तो यही थोड़ा एक एरिया वा जिथे आप लैक करते हैं एज अ कम्यूनिटी। आप गल्लां बहुत करते हैं, इशूज़ बहुत डिस्कस करते हैं, पर जिन्ना चिकर आप अपनी वोट नहीं कैस्ट करते अपने को एक राइट नहीं हुंदा भी आप चीज़ नूं क्वेश्चन करिए। ਲੋਕ ਜਿਹੜੇ ਹਾਲੇ ਵੀ ਸੋਚ ਰਹੇ ਅਸੀਂ ਵੋਟ ਕਿਹਨੂੰ ਪਾਉਣੀ ਹੈ, ਲੋਕ ਕਨਫਿਊਜ਼ ਨਹੀਂ ਜਾਂ ਫਿਰ ਲੋਕ ਜਿਹੜੇ ਨੇ ਕਿ ਮੈਂ ਅੱਜ ਇੱਕ ਕਮਿਊਨਿਟੀ ਕਾਲ ਦਿੱਤੀ ਹੈ ਇਹਨਾਂ ਨੇ ਸਾਡੇ ਕੁਝ ਲੌਜਿਸਟਿਕ ਹਾਂਜੀ ਬਿਜ਼ਨਸ ਨਾਲ ਰਿਲੇਟਡ ਲੋਕ ਜਿਹੜੇ ਨੇ ਟਰੱਕਿੰਗ ਇੰਡਸਟਰੀ ਨਾਲ ਚਾਹੇ ਟਰੱਕ ਦੇ ਮਾਲਕ ਨੇ, ਡਰਾਈਵਰ ਨੇ, ਚਾਹੇ ਫਿਰ ਟਰੱਕਾਂ ਦੇ ਪਾਰਟਸ ਸੈਲ ਕਰਨ ਵਾਲੇ ਲੋਕ ਨੇ ਔਰ ਉਹ ਆਪਣੇ ਕੰਸਰਨ ਜਿਹੜੇ ਨੇ ਉਹ 15 ਤਰੀਕ ਨੂੰ ਸਾਂਝੀ ਕਰਨ ਦੀ ਮੀਟਿੰਗ ਹੈ ਉਹਨਾਂ ਦੀ। ਔਰ ਤੁਸੀਂ ਵੀ ਸੁਣਿਆ ਹੋਣਾ ਉਹਨਾਂ ਨੇ ਬਹੁਤ ਸਾਰੇ ਕੰਸਰਨ ਨੇ ਕਿ ਜਦੋਂ ਅਸੀਂ ਕੋਈ ਸਵਾਲ ਪੁੱਛਦੇ ਹਾਂ ਸਾਨੂੰ ਸੱਦਦੇ ਆ ਕਿ ਸਾਡੇ ਘਰ ਵਿੱਚ ਮੇਅਰ ਨੇ ਆਉਣਾ ਜਾਂ ਕੌਂਸਲ ਨੇ ਆਉਣਾ ਜਾਂ ਫਿਰ ਕਿਸੇ ਨੇ ਵੀ ਆਉਣਾ ਤੁਸੀਂ ਆਓ ਪਰ ਉਹਨੂੰ ਸਵਾਲ ਨਾ ਕੋ ਕਰਿਓ। ਉਹ ਕਹਿੰਦੇ ਸੱਦਣਾ ਤੁਸੀਂ ਸਵਾਲ ਕਿਉਂ ਨਹੀਂ ਕਰਨਾ? ਇਹ ਵੀ ਇੱਕ ਬਹੁਤ ਵੱਡਾ ਕੁਐਸਚਨ ਹੈ। ਔਰ ਤੁਸੀਂ ਇਹਨਾਂ ਦਿਨਾਂ ਵਿੱਚ ਡੋਰ ਟੂ ਡੋਰ ਗਏ ਹੋ, ਬਹੁਤ ਜਗ੍ਹਾ 'ਤੇ ਤੁਸੀਂ ਕੁਝ ਕਾਨਫਰੰਸ ਵੀ ਅਟੈਂਡ ਕੀਤੀਆਂ ਨੇ ਔਰ ਮੀਡੀਆ 'ਤੇ ਵੀ ਤੁਸੀਂ ਪਹੁੰਚੇ ਹੋ। ਪਬਲਿਕ ਦੇ ਜੇ ਵਿਊ ਜਿਹੜੇ ਨੇ ਪਬਲਿਕ ਦੀ ਡਿਮਾਂਡ ਕੀ ਹੈ ਜਿਹੜੀ ਨਵੀਂ ਬਣਨ ਜਾ ਰਹੀ ਹੈ ਮਿਊਨਿਸਪਲ ਦੀ ਚੋਣ ਦੇ ਵਿੱਚ ਕਮੇਟੀ ਜਾਂ ਸਿਟੀ ਕੌਂਸਲ ਜਾਂ ਫਿਰ ਮੇਅਰ ਲੋਕ ਕੀ ਚਾਹੁੰਦੇ ਤੁਹਾਡੇ ਤੋਂ? ਸਾਰਿਆਂ ਤੋਂ ਪਹਿਲਾਂ ਲੋਕਾਂ ਦੀ ਮੰਗ ਕੀ ਹੈ? ਲੋਕ ਕਿਹੜੀ ਚੀਜ਼ ਤੋਂ ਜ਼ਿਆਦਾ ਫੈਡ ਅਪ ਨੇ? ਸਾਰਿਆਂ ਤੋਂ ਪਹਿਲਾਂ ਮੈਂ ਇੱਕ ਗੱਲ ਕਹੂੰਗੀ ਜਿਹੜਾ ਤੁਸੀਂ ਇਹ ਬੜਾ ਜ਼ਰੂਰੀ ਕੁਐਸਚਨ ਕਿਹਾ ਵੀ ਜਿੱਥੇ ਆਪਾਂ ਕਿਸੇ ਨੂੰ ਮਿਲਦੇ ਆ ਉਹਨਾਂ ਨੂੰ ਇੱਕ ਓਪਰਚੁਨਿਟੀ ਦਿੱਤੀ ਜਾਣੀ ਚਾਹੀਦੀ ਹੈ ਰੈਜ਼ੀਡੈਂਟਸ ਨੂੰ ਵੀ ਜੋ ਤੁਹਾਡੇ ਕੁਐਸਚਨਸ ਐਂਡ ਕੰਸਰਨਸ ਆ ਆਪਦੇ ਕੈਂਡੀਡੇਟ ਨੂੰ ਪੁੱਛੋ। ਯੂ ਸ਼ੁੱਡ ਐਂਡ ਜੇ ਤੁਹਾਡਾ ਕੈਂਡੀਡੇਟ ਉਹ ਚੀਜ਼ਾਂ ਆਨਸਰ ਨਹੀਂ ਕਰ ਰਿਹਾ ਫਿਰ ਉੱਥੇ ਹੀ ਆਪਾਂ ਨੂੰ ਵੀਕਨੈਸ ਸ਼ੋ ਹੁੰਦੀ ਆ ਰਾਈਟ ਅਵੇ ਵੀ ਕਿਹੜਾ ਆਪਣੇ ਵਾਸਤੇ ਕੇਪੇਬਲ ਹੈਗਾ ਐਂਡ ਕਿਹੜਾ ਨਹੀਂ। ਕਿਉਂਕਿ 4 ਸਾਲ ਇੱਕ ਬਹੁਤ ਲੰਬਾ ਟਾਈਮ ਆ। ਇਹ ਪਿਛਲੇ 4 ਸਾਲਾਂ ਦੇ ਵਿੱਚ from 2018 to 2022 a lot has happened. Every year we hear new and new things and ਮੈਂ ਇਹ ਕਹੂੰਗੀ ਵੀ ਜਿੱਥੇ ਵੀ ਅਸੀਂ ਜਾਂਦੇ ਆ ਇਵੈਂਟਸ ਗੈਦਰਿੰਗਸ ਡੋਰ ਨਾਕਿੰਗ ਜਿੱਥੇ ਵੀ ਆਪਾਂ ਨੂੰ ਕੋਈ ਵੀ ਮਿਲਦਾ ਈਵਨ ਇੰਟਰਵਿਊਜ਼ ਮੈਂ ਇਹੀ ਇਨਕਰੇਜ ਕਰਦੀ ਹਾਂ ਵੀ ਪਲੀਜ਼ ਆਪਣੀ ਜਿਹੜੀ ਵੋਇਸ ਹੈ ਨਾ ਉਹਨੂੰ ਵੋਇਸ ਕਰੋ, ਆਪਣਾ ਓਪੀਨੀਅਨ ਸਾਨੂੰ ਦੱਸੋ ਤਾਂ ਹੀ ਅਸੀਂ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਐਂਡ ਜਦੋਂ ਵੀ ਅਸੀਂ ਅੱਜ ਕੱਲ੍ਹ ਡੋਰ ਨਾਕਿੰਗ ਜੋ ਵੀ ਕਰ ਰਹੇ ਇਹ ਇੱਕ ਹੀ ਇਸ਼ੂ ਦੁਬਾਰਾ ਆ ਰਿਹਾ ਜਿਹੜਾ ਕ੍ਰਾਈਮ ਦਾ ਇਸ਼ੂ ਆ। ਇਹ ਬਹੁਤ ਜ਼ਿਆਦਾ ਵੱਡਾ ਇਸ਼ੂ ਆ क्योंकि क्राइम दे नाल जिहड़ी सिटी क्राइम दे नाल प्लेगड आ ना उत्थे इन्वेस्टमेंट भी नहीं आती, इंफ्रास्ट्रक्चर भी नहीं बिल्ड हुंदा ते होर भी सारे जिहड़े गवर्नमेंट काउंटर पार्ट्स आ वो भी नहीं इन्वेस्ट करते।
ਇਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਵੀ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਣਾ ਵੋਟਰਸ ਤੋਂ, ਸਪੋਰਟਰਸ ਤੋਂ। ਜਿਹੜੇ ਤੁਹਾਡੇ ਸਪੋਰਟਰਸ ਨੇ ਉਹ ਵੀ ਤਾਂ ਦੱਸਦੇ ਹੋਣਗੇ ਕਿ ਜਿਹੜੀ ਪਬਲਿਕ ਦੇ ਵਿਊਜ਼ ਕੀ ਨੇ, ਪਬਲਿਕ ਜਿਹੜੀ ਆ ਕਿਸ ਚੀਜ਼ ਦੀ ਜ਼ਿਆਦਾ ਡਿਮਾਂਡ ਚਾਹੁੰਦੀ ਆ, ਕਿਹੜੀ ਜ਼ਿਆਦਾ ਮਿਸ ਆ। ਕ੍ਰਾਈਮ ਦੀ ਆਪਾਂ ਆਮ ਗੱਲ ਕਰਦੇ ਹਾਂ, ਟ੍ਰੈਫਿਕ ਦੀ ਸਮੱਸਿਆ ਹੈ ਬਹੁਤ ਜ਼ਿਆਦਾ ਜੀ, ਚੋਰੀਆਂ ਬੜੀਆਂ ਹੋ ਰਹੀਆਂ ਨੇ। ਕੁਝ ਸਮਾਂ ਸੀ ਜਦੋਂ ਰਾਤਾਂ ਨੂੰ ਚੋਰੀ ਕਰ ਰਹੇ ਸੀ, ਹੁਣ ਦਿਨ ਨੂੰ ਹੀ ਲੋਕੀ ਚੋਰੀ ਕਰਨ ਲੱਗ ਪਏ ਤੇ ਲੋਕਾਂ ਦਾ ਡਰ ਜਿਹੜਾ ਹੈ ਬਿਲਕੁਲ ਖਤਮ ਹੋ ਚੁੱਕਾ। ਇਹਦਾ ਮਤਲਬ ਕਿਤੇ ਨਾ ਕਿਤੇ ਜ਼ਰੂਰ ਐਸੀ ਖਾਮੀ ਹੈਗੀ ਹੈ, ਐਸੇ ਨਲਾਇਕ ਲੋਕ ਹੈਗੇ ਆ ਸਿਟੀ ਦੇ ਵਿੱਚ ਜਿਨ੍ਹਾਂ ਕਰਕੇ ਇਹ ਸਭ ਕੁਝ ਬਰੈਂਪਟਨ ਸਿਟੀ ਹੀ ਟਾਰਗੇਟ ਜਿਹੜੀ ਹੈ ਹਰ ਪੱਖ ਹੋ ਰਹੀ ਹੈ। ਹਾਂਜੀ, ਤੁਸੀਂ ਮੰਨਦੇ ਹੋ ਇਸ ਗੱਲ ਨੂੰ? ਮੈਂ 100% ਮੰਨਦੀ ਹਾਂ। ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦੀ ਹਾਂ, ਇਹ 2-3 ਵੀਕਾਂ ਦੇ ਵਿੱਚ ਇੱਕ ਮੈਸੇਜ ਜਾ ਰਿਹਾ ਬਾਹਰ ਵੀ ਅਸੀਂ ਨੈਗੇਟਿਵ ਕੈਂਪੇਨ ਕਰ ਰਹੇ ਹਾਂ। ਮੈਂ ਇੱਕ ਹੀ ਗੱਲ ਸਾਰਿਆਂ ਨੂੰ ਪੁੱਛੂੰਗੀ, ਜਿਹੜੇ ਪੈਸੇ ਆਪਣੇ ਵਰਤੇ ਗਏ, ਯੂਜ਼ ਕੀਤੇ ਗਏ, ਅੱਜ ਸਿਟੀ ਦੀ ਜੋ ਐਂਡ ਆਊਟਕਮ ਆ 4 ਸਾਲਾਂ ਤੋਂ ਬਾਅਦ ਇਹ ਕਿਉਂ ਹੈਗੀ ਆ? ਜਿੰਨਾ ਚਿਰ ਤੁਸੀਂ ਕੁਐਸਚਨ ਨਹੀਂ ਪੁੱਛਦੇ ਤੇ ਤੁਸੀਂ ਸਾਨੂੰ ਉਹਦੀ ਐਕਸਪਲੇਨੇਸ਼ਨ ਐਂਡ ਆਨਸਰ ਨਹੀਂ ਦਿੰਦੇ, ਅਸੀਂ ਉਹਨੂੰ ਨੈਗੇਟਿਵ ਕੈਂਪੇਨ ਨਹੀਂ ਕਹਿੰਦੇ, ਆਪਾਂ ਉਹਨੂੰ ਸੱਚ ਕਹਿੰਦੇ ਆ। ਜਿਹੜੀ ਪਬਲਿਕ ਆ ਇਹ ਆਨੈਸਟੀ ਐਂਡ ਟ੍ਰਾਂਸਪੇਰੈਂਸੀ ਰਿਕੁਐਸਟ ਕਰ ਰਹੀ ਆ ਵੀ ਤੁਸੀਂ ਦੁਬਾਰਾ ਸਾਨੂੰ ਕਹਿ ਰਹੇ ਵੀ ਅਸੀਂ ਪ੍ਰੋਮਿਸਿਸ ਤੁਹਾਨੂੰ ਬਣਾਏ ਆ, ਬਟ ਉਹ ਬ੍ਰੇਕ ਕਿਉਂ ਹੋ ਰਹੇ ਆ? ਇਹ ਬਹੁਤ ਜ਼ਿਆਦਾ ਥੀਮ ਦੁਬਾਰਾ ਮੂਰੇ ਆ ਰਿਹਾ ਵਾ ਆਪਣੇ। ਅੱਛਾ, ਕੁਝ ਲੋਕਾਂ ਨੇ ਕੰਸਰਨ ਆਏ ਨੇ, ਲੋਕਾਂ ਵਿੱਚ ਕੁਐਸਚਨ ਮਸਲ ਸ਼ੁਰੂ ਹੋ ਗਈ ਹੋਣੀ ਕਿ ਕਈ ਲੋਕਾਂ ਨੇ ਜ਼ੋਨਿੰਗ ਚੇਂਜ ਕਰਾਈ ਹੈ ਜੀ। ਕਿੰਨੇ ਪਰਸੈਂਟ ਕਰਾਈ ਹੈ, ਕਿੰਨੇ ਲੋਕਾਂ ਨੇ ਕਰਾਈ ਹੈ? ਇਹ ਨਾਟ ਓਨਲੀ ਇੰਡੀਅਨ ਨੇ ਅਤੇ ਨਾਨ ਇੰਡੀਅਨ ਲੋਕਾਂ ਨੇ ਵੀ ਕਰਾਏ। ਕੁਝ ਪ੍ਰਾਪਰਟੀਆਂ ਲੈ ਲਈਆਂ, ਉਹ ਜ਼ੋਨ ਚੇਂਜ ਕਰਾ ਕੇ ਉਹਨਾਂ ਦੀ ਪ੍ਰਾਈਸ ਵੈਲਿਊ ਵੱਧ ਗਈ ਆ। ਅਤੇ ਇਹ ਪਰਮਾਨੈਂਟ ਹੁੰਦੀ ਹੈ ਜਾਂ ਫਿਰ ਇਹ ਟੈਂਪਰੇਰੀ ਹੁੰਦੀ ਹੈ? ਉਹਦੇ ਵਿੱਚ ਰਿਵਿਊ ਵੀ ਕੀਤਾ ਜਾ ਸਕਦਾ। ਸਪੋਜ਼ ਕਰ ਲਓ ਕਿ ਨਵੀਂ ਤੁਹਾਡੀ ਬਣਦੀ ਹੈ, ਮਿਊਨਿਸਪਲ ਨਵਾਂ ਮੇਅਰ ਬਣਦਾ ਆ, ਨਵਾਂ ਕਾਉਂਸਲਰ ਆਉਂਦਾ ਆ, ਸਿਟੀ ਕਾਉਂਸਲਰ ਆਉਂਦਾ ਆ ਜਾਂ ਰੀਜਨਲ ਕਾਉਂਸਲਰ ਆਉਂਦਾ ਆ, ਦੁਬਾਰਾ ਉਹਨੂੰ ਰਿਵਿਊ ਕਰ ਸਕਦਾ। ਹਾਂਜੀ, ਇਹ ਬੜੀ ਜ਼ਰੂਰੀ ਲੋਕਾਂ ਵਿੱਚ ਡਰ ਪਾਇਆ ਜਾ ਰਿਹਾ। ਲੋਕ ਕਹਿੰਦੇ ਕਿ ਅਸੀਂ ਡਰਦੇ ਹਾਂ ਕਿ ਸਾਡਾ ਕਿਤੇ ਫਰਾਡ ਜਿਹੜਾ ਬਾਹਰ ਨਾ ਆ ਜਾਵੇ, ਕਿ ਅਸੀਂ ਗਲਤ ਤਰੀਕੇ ਨਾਲ ਜ਼ੋਨਿੰਗ ਜਿਹੜੀ ਕਰਾ ਚੁੱਕੇ ਹਾਂ। ਹੋ ਤਾਂ ਗਈ ਆ, ਔਰ ਕਿੱਦਾਂ ਹੋਈ ਹੈ, ਕਿਵੇਂ ਹੋਈ ਹੈ, ਇਹ ਸਾਰੇ ਲੋਕਾਂ ਨੂੰ ਪਤਾ ਕਿ ਇਹਦੇ ਵਿੱਚ ਵੀ ਕਰਪਸ਼ਨ ਹੋਈ ਹੈ, ਲੋਕ ਕਹਿੰਦੇ ਨੇ। ਹਾਂਜੀ, ਇਹ ਬੜੀ ਗਲਤ ਗੱਲ ਆ ਵੀ ਜਦੋਂ ਐਵਰੀਡੇ ਰੈਜ਼ੀਡੈਂਟ ਆ ਜਿਹੜਾ ਉਹ ਕੰਮ ਕਰਦਾ, ਆਪਣੀ ਫੈਮਿਲੀ ਦੇ ਵਾਸਤੇ ਪ੍ਰੋਵਾਈਡ ਕਰਦਾ, ਤੇ ਜਿੰਨਾ ਕੋ ਥੋੜੇ ਜਿਹੇ ਪੈਸੇ ਐਕਸਟਰਾ ਹੁੰਦੇ ਆ ਉਹ ਅੰਦਰ ਜਾ ਕੇ ਟੈਂਪਰੇਰੀ ਜ਼ੋਨਿੰਗ ਲੈ ਕੇ ਉਹੀ ਪ੍ਰਾਪਰਟੀ ਦੀ ਪ੍ਰਾਈਸ ਜਿਹੜੀ 2 ਮਿਲੀਅਨ ਤੇ ਲਈ, 3 ਮਿਲੀਅਨ ਦੀ ਲਈ, ਉਹਨੂੰ 9 ਮਿਲੀਅਨ ਤੇ ਵੇਚ ਦਿੰਦੇ ਆ। ਇਹ ਗਲਤ ਆ, ਇਹ ਟੈਂਪਰੇਰੀ ਜ਼ੋਨਿੰਗਸ ਆ, ਐਂਡ ਆਪਾਂ ਨੂੰ ਇਹਨੂੰ ਵੀ ਰੋਕਣਾ ਚਾਹੀਦਾ ਕਿਉਂਕਿ ਜਿਹੜੀ ਐਵਰੀਡੇ ਪਬਲਿਕ ਆ ਨਾ, ਉਹਦੇ ਕੋਈ ਚੀਜ਼ਾਂ ਐਕਸੈਸਿਬਲ ਨਹੀਂ ਹੈਗੀਆਂ। ਆਪਾਂ ਕਿਵੇਂ ਆਪਣੀ ਸਿਟੀ ਨੂੰ ਗਾਂਹ ਲੈ ਕੇ ਜਾ ਸਕਦੇ ਆ ਜੇ ਆਪਾਂ ਇਨਸਾਈਡ ਸਟਾਫ ਤੋਂ ਲੀਡਰਸ ਹੋ ਕੇ ਗਲਤ ਕੰਮ ਹੀ ਕਰੀ ਜਾਣੇ ਆ? ਸੋ ਇਹ ਜਿਹੜੀ ਸਭ ਕੁਝ ਚੋਰ ਮੋਰੀਆਂ ਨੇ ਜਿਹੜੀਆਂ ਕਿ ਇਨਸਾਈਡ ਸਿਟੀ ਦੇ ਵਿੱਚ ਹੋਈਆਂ ਨੇ, ਹਾਂਜੀ। ਹੁਣ ਇੱਕ ਵਧੀਆ ਮੌਕਾ ਜਿਹੜੇ ਲੋਕ ਨੇ, ਵੋਟਰਸ ਨੇ, ਹਾਂਜੀ, ਔਰ ਇਸ ਟਰਮ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਜਿਹੜੇ ਲੇਡੀਜ਼ ਆ ਉਹਨਾਂ ਵਿੱਚ ਜ਼ਿਆਦਾ ਉਤਸ਼ਾਹ ਹੈ ਵੋਟ ਨੂੰ ਕਾਸਟ ਕਰਨ ਲਈ। ਹਾਂਜੀ, ਇਹ ਤੁਸੀਂ ਮਹਿਸੂਸ ਕੀਤਾ ਹੋਣਾ ਜੀ। ਹਾਂਜੀ, ਬਹੁਤ ਮਹਿਸੂਸ ਕਰੇ ਲੇਡੀਜ਼, ਬਹੁਤ ਐਕਸਾਈਟਡ ਆ। ਜਿਹੜੀਆਂ ਆਮ ਤੌਰ ਮਿਊਨਿਸਪਲ ਚੋਣਾਂ ਦੇ ਵਿੱਚ ਬਹੁਤ ਘੱਟ ਪਾਰਟਿਸਿਪੇਟ ਕਰਦੀਆਂ, ਇੰਟਰਸਟ ਨਹੀਂ ਲੈਂਦੇ। ਹਾਂਜੀ, ਐਤਕੀ ਜਿਹਦਾ ਇੰਟਰਸਟ ਬਹੁਤ ਜ਼ਿਆਦਾ ਲੇਡੀਜ਼ ਵਿੱਚ ਹੈ। ਰੀਜ਼ਨ ਕੀ ਆ? ਬਿਕਾਜ਼ ਆਫ ਯੂ। Because one, I'm also a lady, and the other thing is I'm a professional from here. ਇੱਕ ਹੋਰ ਗੱਲ, ਜਿਹੜਾ ਆਪਣਾ ਕ੍ਰਾਈਮ ਰੇਟ ਵਧ ਰਿਹਾ ਨਾ, ਉਹ ਜਿਹੜੀ ਲੇਡੀਜ਼ ਆ, ਯੰਗ ਵੂਮਨ ਆ, ਉਹਨਾਂ ਨੂੰ ਵੀ ਬਹੁਤ ਟਾਰਗੇਟ ਹੋ ਰਿਹਾ। ਸੋ ਉਸ ਕਰਕੇ ਹਾਂਜੀ 100% ਤੇ ਮੈਂ ਵੀ ਹੋਵਾਂ ਕਿਉਂਕਿ ਇਟਸ ਨਾਟ ਸੇਫ। ਜਿਹੜੀਆਂ ਲੇਡੀਜ਼ ਨੇ ਉਹਨਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਕੂਲ ਜਾਂਦੇ ਨੇ ਉਹ ਡਰੱਗ ਵੱਲ ਜਾ ਰਹੇ ਨੇ ਜੀ, ਹਾਂਜੀ, ਔਰ ਬੱਚਿਆਂ ਨੂੰ ਅਸੀਂ ਛੱਡਣ ਜਾਂਦੇ ਆ, ਵਾਪਸ ਚਲਾਉਂਦੇ, ਸਾਨੂੰ ਇਹ ਨਹੀਂ ਪਤਾ ਸਾਡੇ ਘਰ ਵਿੱਚ ਸਮਾਨ ਹੋਣਾ ਜਾਂ ਨਹੀਂ ਹੋਣਾ, ਕਾਰਾਂ ਨੂੰ ਚੁੱਕ ਕੇ ਲੈ ਜਾਣਾ ਔਰ ਡੈਮੇਜ ਕਰ ਦੇਣਾ, ਔਰ ਸੀਟਾਂ ਦੇ ਉੱਪਰ ਓਵਰ ਸਪੀਡ ਕਾਰਾਂ ਨੂੰ ਚਲਾਉਣਾ, ਭਜਾਉਣਾ, ਇਹ ਸਾਰਾ ਕੁਝ ਜਿਹੜਾ ਨੋਇਜ਼ ਸਿਟੀ ਵਿੱਚ ਪੈਦਾ ਕਰਨਾ, ਲੋਕ ਸੇਫ ਨਹੀਂ ਹੈ, ਸ਼ਾਪਿੰਗ ਸੈਂਟਰ ਜਾਂਦੇ, ਇਹ ਸਾਰਾ ਕੁਝ ਮਿਊਨਿਸਪਲ ਜਿਹੜੀ ਹੈ ਉਹਦੇ ਜ਼ਿੰਮੇ ਤੇ ਲੋਕ ਜਿਹੜੇ ਨੇ ਸਿੱਟ ਰਹੇ ਨੇ। ਤੇ ਲੋਕ ਜਿਸ ਕਰਕੇ ਇਸ ਟਰਮ ਦੇ ਵਿੱਚ ਅਸੀਂ ਨੋਟਿਸ ਕੀਤੇ ਮੀਡੀਆ ਵਾਲਿਆਂ ਨੇ ਕਿ ਮੈਜੋਰਿਟੀ ਜਿਹੜੀ ਵੋਟ ਜਿਹੜੀ ਆ ਲੇਡੀਜ਼ ਜਿਹੜੀ ਹੈ ਬਾਹਰ ਪੁੱਲ ਕਰਨ ਜਾ ਰਹੀ ਹੈ। ਹਾਂਜੀ, ਲੇਡੀਜ਼ ਬਹੁਤ ਐਕਸਾਈਟਡ ਆ ਵੀ ਇੱਕ ਸਾਡੇ ਕੋਲ ਮੌਕਾ ਹੈਗਾ ਵਾ ਵੀ ਜੋ ਸਾਡੇ ਘਰ ਜਿਹੇ ਜਿਹੇ ਬੱਚੇ ਆ ਉਹੇ ਜਿਹਾ ਇੱਕ ਪਰਸਨ ਮੂਰੇ ਆਇਆ ਹੋਇਆ ਵਾ। ਇਹਨੇ ਖੁਸ਼ੀ ਦੀ ਗੱਲ ਆਪਣੇ ਵਾਸਤੇ ਵੀ ਉਹ ਵੀ ਆਪਣੀ ਜੋ ਸਟਰੋਂਗ ਵੌਇਸ ਆ ਉਹ ਉਠਾ ਰਹੇ ਆ, ਤੇ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਆਉਣ ਵਾਲੀ ਯੂਥ ਆ ਐਂਡ ਯੰਗ ਗਰਲਸ ਹੈਗੀ, ਉਹਨਾਂ ਨੂੰ ਇੱਕ ਚੰਗਾ ਐਗਜ਼ਾਮਪਲ ਦੇ ਰਹੇ ਆ ਵੀ ਯੂ ਸ਼ੁਡ ਆਲਸੋ ਸੈਟ ਫੋਰਥ ਔਨ ਅ ਪੋਜ਼ਿਟਿਵ ਪੈਥ, ਜਿਹਦੇ ਵਿੱਚ ਜੋ ਵੀ ਗਲਤ ਹੋ ਰਿਹਾ ਉਹਨੂੰ ਤੁਸੀਂ ਆਵਾਜ਼ ਉਠਾਓ। ਕੋਈ ਤੁਹਾਨੂੰ ਚੁੱਪ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈਗੀ। ਸੱਚ ਹਮੇਸ਼ਾ ਹੀ ਵਿਨ ਕਰਦਾ, ਐਂਡ ਉਹੀ ਅਸੀਂ ਦੁਬਾਰਾ ਤੁਹਾਨੂੰ ਕਹਿ ਰਹੇ ਆ, ਜੋ ਗਲਤ ਹੋ ਰਿਹਾ ਆਪਾਂ ਉਹੀ ਗੱਲ ਕਰ ਰਹੇ ਆ, ਆਪਾਂ ਕੋਈ ਫालतू ਗੱਲ ਕਰ ਨਹੀਂ ਰਹੇ ਜਿਹਦਾ ਕੋਈ ਮੈਰਿਟ ਨਹੀਂ ਹੈਗਾ। ਸਿਟੀ ਵਿੱਚ ਜੇ ਤੁਸੀਂ ਵੇਖੋ ਕਿ ਜਿਹੜੀ ਜੌਬਸ ਨੇ ਲੋਕਾਂ ਨੂੰ ਮਿਲਦੀਆਂ ਨੇ, ਉਹ ਆਪਣੀ ਜਿਹੜੀ ਇੰਡੀਅਨ ਲੋਕ ਹੈ ਇਹਦੇ ਵਿੱਚ ਚਾਹੇ ਲੜਕੇ ਨੇ ਲੜਕੀਆਂ ਨੇ, ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਹਾਂਜੀ, ਵੀ ਕੰਪੈਰੀਜ਼ਨ ਅਦਰ ਕਮਿਊਨਿਟੀ।
ਹਾਂਜੀ ਇਹਦਾ ਕਾਰਨ ਕੀ ਆ? ਇਹ ਜਦ ਤੁਸੀਂ ਜੌਬਸ ਦਿੰਦੇ ਹੋ, ਜੌਬਸ ਨਿਕਲਦੀਆਂ ਨੇ, ਇਹ ਜੌਬਸ ਇੰਡੀਅਨ ਲੋਕਾਂ ਦੇ ਹੱਥ ਕਿਉਂ ਨਹੀਂ ਮਿਲਦੀਆਂ, ਕਿਉਂ ਨਹੀਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ? ਕੋਈ ਰੀਜ਼ਨ ਹੈ? ਹਾਂਜੀ ਇਹਦਾ ਇੱਕ ਰੀਜ਼ਨ ਸਿਫਾਰਸ਼ ਹੀ ਹੈ। ਹਾਂਜੀ 100% ਬੱਸ ਦਾ ਡਰਾਈਵਰ ਬਣਨ ਦੇ ਵਾਸਤੇ ਕੁਆਲੀਫਿਕੇਸ਼ਨ ਜਿੰਨੀ ਹੈ ਉਨੀ ਦੂਜੇ ਕੋਲ ਆ, ਪਰ ਉਹਦੇ ਵਿੱਚ ਜ਼ਿਆਦਾ ਡਰਾਈਵਰ ਜਿਹੜੇ ਦੂਜੇ ਕਮਿਊਨਿਟੀ ਦੇ ਲੋਕ ਨੇ। ਕਿਤੇ ਤੁਸੀਂ ਲਾ ਲਓ ਆਪਣੀ ਕਮਿਊਨਿਟੀ ਦੇ ਅੰਦਰ ਬਹੁਤ ਘੱਟ ਨੇ, ਤੁਸੀਂ ਆਫਿਸ ਵਿੱਚ ਰਹੇ ਹੋ ਔਰ ਤੁਸੀਂ ਵੇਖਿਆ ਹੋਣਾ ਕਿ ਕਿਵੇਂ ਕਿਸ ਤਰ੍ਹਾਂ ਲੋਕ ਜਿਹੜੇ ਜੌਬਾਂ ਲੱਭਦੇ ਨੇ ਤੇ ਲੋਕਾਂ ਨੂੰ ਜੌਬਾਂ ਨਹੀਂ ਮਿਲਦੀਆਂ। ਇਹ ਗੱਲ 100% ਸੱਚ ਹੈਗੀ ਹੈ ਤੁਹਾਡੀ। ਜਿਹੜੇ ਹੁਣ ਉੱਥੇ ਅੱਧੇ ਕੰਮ ਕਰਦੇ, ਅੱਧੇ ਨਾਇਗਰਾ ਫਾਲ ਦੇ ਲੋਕ ਆ, ਸਕਾਰਬਰੋ ਦੇ ਲੋਕ ਆ, ਬੈਰੀ ਦੇ ਲੋਕ ਆ, ਐਂਡ ਜੋ ਬ੍ਰੈਂਪਟਨ ਦੇ ਯੰਗ ਪ੍ਰੋਫੈਸ਼ਨਲਸ ਐਂਡ ਯੂਥ ਆ, ਉਹਨਾਂ ਨੂੰ ਆਪਰਚੁਨਿਟੀਜ਼ ਨਹੀਂ ਦਿੱਤੀਆਂ ਜਾਂਦੀਆਂ। ਜੇ ਉਹਨਾਂ ਨੂੰ ਇੱਕ ਵਾਰੀ ਮੌਕਾ ਵੀ ਮਿਲਦਾ ਉਹ ਟੈਂਪਰੇਰੀ ਬੜਾ ਹੁੰਦਾ। ਇਹਨੇ ਗਲਤ ਆ। ਆਪਾਂ ਦੇਖੋ 3000 ਜੌਬ ਸਿਟੀ ਹਾਲ ਦੇ ਵਿੱਚ ਹੈਗੀਆਂ ਵਾ ਆਪਣੀਆਂ, ਇਹਨੇ ਆਪਣਾ ਬਣਦਾ ਵਾ ਦੈਟ ਆਪਾਂ ਆਪਣੇ ਬੱਚਿਆਂ 'ਚ ਇੰਨਾ ਇਨਵੈਸਟ ਕਰਦੇ ਆ, we give them the best of education, the best of training and skills, and yet the city is not willing to hire them. ਇਹ ਜਿਹੜੀ ਲੀਡਰਸ਼ਿਪ ਅੱਜ ਦੀ ਡੇਟ ਦੇ ਵਿੱਚ, ਇਹ ਭਾਵੇਂ ਜੇ ਤੁਸੀਂ ਅਸਿਸਟੈਂਟ ਵੀ ਰੱਖਣਾ ਨਾ, ਉੱਥੇ ਵੀ ਇਹ ਇੰਟਰਫੀਅਰ ਕਰਦੀ ਆ, ਇਹਨੇ ਗਲਤ ਆ। ਅੱਛਾ, ਤੁਹਾਡੇ ਮੁਤਾਬਕ ਲੋਕ ਵੋਟ ਪਾਉਣ ਵੇਲੇ ਕਿਹੜੀਆਂ ਗੱਲਾਂ ਨੂੰ ਧਿਆਨ 'ਚ ਰੱਖਣ ਤੇ ਧਿਆਨ 'ਚ ਰੱਖ ਕੇ ਲੋਕਾਂ ਨੇ ਵੋਟ ਨੂੰ ਕਾਸਟ ਕੀਤਾ ਹੈ ਤੇ ਲੋਕਾਂ ਨੇ ਕਰਨਾ ਹੈ? ਔਰ ਇਸ ਟਰਮ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਆਉਣਾ ਲੋਕਾਂ ਦੇ ਮਨਾਂ ਵਿੱਚ। ਲੋਕ ਕਹਿੰਦੇ ਨੇ ਕਿ ਤੁਸੀਂ ਦੇਖੋ ਕਿ ਇਸ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਤਬਦੀਲੀ ਲੋਕ ਲਿਆ ਰਹੇ ਨੇ। ਪਤਾ ਨਹੀਂ ਤਬਦੀਲੀ ਜਿਹੜੀ ਆ ਕੀ ਸੋਚ ਕੇ ਲਿਆ ਰਹੇ ਨੇ, ਕਿਵੇਂ ਲਿਆ ਰਹੇ ਨੇ? ਤੁਹਾਡੇ ਮੁਤਾਬਕ ਜਿਹੜੀ ਤਬਦੀਲੀ ਆ ਰਹੀ ਆ, ਕਿਹੜੀਆਂ ਮੇਜਰਸ ਜਿਹੜੇ ਇਸ਼ੂਸ ਨੇ ਉਹਨੂੰ ਮੁੱਖ ਰੱਖ ਕੇ ਲੋਕ ਜਿਹੜੇ ਨੇ, ਤੁਸੀਂ ਵੀ ਕੋਈ ਨਾ ਕੋਈ ਲੋਕਾਂ ਦਾ ਧਿਆਨ ਜਿਹੜਾ ਆ ਉਹ ਡਰਾ ਕਰਨਾ ਚਾਹੁੰਦੇ ਹੋ, ਲੋਕਾਂ ਨੂੰ ਥੋੜ੍ਹਾ ਜਿਹਾ ਧਿਆਨ ਖਿੱਚਣਾ ਚਾਹੁੰਦੇ ਹੋ ਕਿ ਕਿਹੜੀਆਂ ਗੱਲਾਂ ਪਿਛਲੇ 4 ਸਾਲ ਵਿੱਚ ਬੀਤੀਆਂ ਨੇ ਜਿਹੜੇ ਕਿ ਬੀਤਣੀਆਂ ਨਹੀਂ ਚਾਹੀਦੀਆਂ ਸੀ, ਕਿਹੜਾ ਫੰਡ ਐਸਾ ਮਿਸਯੂਜ਼ ਹੋਇਆ ਅਤੇ ਕਿਹੜਾ ਕੰਮ ਸਿਟੀ ਵਿੱਚ ਹੋਣਾ ਸੀ ਜਿਹੜਾ ਕਿ ਹੋਇਆ ਨਹੀਂ ਆ। ਉਹ ਹਮੇਸ਼ਾ ਹੀ ਲੋਕਾਂ ਨੂੰ ਵਾਅਦੇ ਕੀਤੇ ਜਾਂਦੇ ਆ, ਉਹ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਜਾਂਦੇ? ਕੁਝ ਕੁ ਲੋਕ ਨੇ ਜਿਹੜੇ ਕਿ ਖੁਸ਼ ਕੀਤੇ ਜਾਂਦੇ ਨੇ, ਦੂਜੇ ਲੋਕ ਜਿਹੜੇ ਨੇ ਬੜੇ ਪਰੇਸ਼ਾਨ ਨੇ ਜਦ ਕਿ ਟੈਕਸ ਉਹਨਾਂ ਉਹ ਦਿੰਦੇ ਆ, ਉਹਨਾਂ ਹੀ ਦੂਜਾ ਦਿੰਦੇ ਆ। ਹਾਂਜੀ, ਪਰ ਕੁਝ ਲੋਕ ਨੇ ਜਿੱਥੇ ਕਿ ਜਿਨ੍ਹਾਂ ਦੇ ਰਾਹੀਂ ਲੋਕਾਂ ਦੇ ਕੰਮ ਹੁੰਦੇ ਨੇ ਸਿਟੀ ਵਿੱਚ। ਇਹ ਬੜੀ ਅਜੀਬ ਕਿਸਮ ਦੀ ਗੱਲ ਹੈ। ਹਾਂਜੀ, ਇਹ ਤੁਹਾਡੀ ਗੱਲ ਬਹੁਤ ਸਹੀ ਆ। ਸਾਰਿਆਂ ਤੋਂ ਪਹਿਲਾਂ ਤੁਹਾਡਾ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਤੁਸੀਂ ਟੈਕਸ ਮਨੀ ਦਿੱਤੀ ਆ ਉਹ ਬਹੁਤ ਜ਼ਿਆਦਾ ਮਿਸਯੂਜ਼ ਹੋਈ ਆ। ਉਹ $20 to $30 ਮਿਲੀਅਨ ਇੱਕ ਸਾਲ ਦਾ, ਜਿਹੜਾ ਹੁਣ ਆਪਣਾ ਮੇਅਰ ਹੈਗਾ ਪੈਟਰਿਕ ਬਰਾਊਨ, ਇਹਨੇ ਆਪਦੇ ਫਰੈਂਡਸ ਫੈਮਲੀਜ਼ ਇਹਨੇ ਕੰਟਰੈਕਟਸ ਬਹੁਤ ਦਿੱਤੇ ਹੋਏ ਆ। ਇਹਨੇ ਇਹ ਰੋਕਣ ਵਾਲੀ ਆਪਾਂ ਨੇ ਕੋ ਇੱਕ ਹੀ ਆਪਸ਼ਨ ਹੈਗਾ ਵਾ, ਤੁਸੀਂ ਜਾ ਕੇ October 14th and 15th and then 24th ਨੂੰ ਆਪਦੀ ਵੋਟ ਨੂੰ ਪਲੀਜ਼ ਕੈਸਟ ਕਰੋ। ਅਸੀਂ ਦੁਬਾਰਾ ਤੁਹਾਨੂੰ ਕਹਿ ਰਹੇ ਹਾਂ, ਇਹ 4 ਸਾਲ ਆਪਣੇ ਮੂਹਰੇ ਬੜਾ ਕੁਝ ਆ ਗਿਆ। ਜੇ ਆਪਾਂ ਕਹਿ ਦਈਏ ਨਹੀਂ ਜੀ ਕੁਝ ਹੋਇਆ ਨਹੀਂ, ਚਲੋ ਤੁਸੀਂ ਸਾਡੀ ਗੱਲ ਵੀ ਨਾ ਸੁਣੋ, ਤੁਸੀਂ 4 ਸਾਲਾਂ ਦੀ ਹਿਸਟਰੀ ਦੇਖੋ ਕੀ ਨਿਕਲਿਆ। ਬ੍ਰੈਂਪਟਨ ਕੋ ਕੋਈ ਯੂਨੀਵਰਸਿਟੀ ਨਹੀਂ, ਕੋਈ ਹਸਪੀਟਲ ਨਹੀਂ ਹੈਗਾ, ਕੋਈ ਸਟੇਡੀਅਮ ਨਹੀਂ ਹੈਗਾ, ਕੋਈ ਚੀਜ਼ ਐਕਸਟਰਾ ਇੱਥੇ ਨਹੀਂ ਹੋਈ। ਇਨਫੈਕਟ ਜਿਹੜੇ ਆਪਣੇ ਪਹਿਲਾਂ ਪੈਸੇ ਸੇਵਿੰਗਸ ਦੇ ਵਿੱਚ ਪਏ ਸੀ ਉਹ ਵਰਤੇ ਗਏ ਆ। ਤੇ ਮੈਂ ਇੱਕ ਤੁਹਾਨੂੰ 2-3 ਹੋਰ ਗੱਲਾਂ ਸ਼ੇਅਰ ਕਰਨਾ ਚਾਹੁੰਦੀ। ਆਪਾਂ ਨੂੰ ਦੁਬਾਰਾ ਕਿਹਾ ਜਾਂਦਾ ਵੀ ਜੀ ਅਸੀਂ 0 ਪ੍ਰਾਪਰਟੀ ਟੈਕਸ ਤੁਹਾਡਾ 4 ਸਾਲਾਂ ਦੇ ਵਾਸਤੇ ਰੱਖਿਆ। ਇਹ ਗੱਲ ਗਲਤ ਆ। ਆਪਦਾ ਪ੍ਰਾਪਰਟੀ ਟੈਕਸ ਬਿੱਲ ਪਿਛਲੇ 4 ਸਾਲਾਂ ਦਾ ਜਾ ਕੇ ਕਢਾਓ ਤੇ ਦੇਖੋ, ਐਵਰੀ ਈਅਰ ਯੋਰ ਟੈਕਸਿਸ ਹੈਵ ਇਨਕਰੀਜ਼ਡ, ਯੋਰ ਯੂਟਿਲਿਟੀਜ਼ ਹੈਵ ਇਨਕਰੀਜ਼ਡ ਈਚ ਈਅਰ। ਸਾਡੇ ਪਲੇਟਫਾਰਮ ਤੇ ਅਸੀਂ ਤੁਹਾਨੂੰ 2 ਸਾਲ ਦਾ ਪ੍ਰਾਪਰਟੀ ਟੈਕਸ ਦਾ ਕੰਪਲੀਟਲੀ ਫ੍ਰੀਜ਼ ਕਰਾਂਗੇ, ਉਹ ਇਨਕਰੀਜ਼ ਨਹੀਂ ਹੋਊਗਾ। ਇਹ ਤੁਹਾਨੂੰ ਆਫਰ ਕਰਨਾ ਚਾਹੁੰਦੇ ਆ। ਐਂਡ ਉਹ 2 ਸਾਲਾਂ ਦੇ ਵਿੱਚ ਆਪਾਂ ਜਿਹੜੇ ਆਪਣੇ ਕਾਊਂਟਰ ਪਾਰਟਸ ਹੈਗੀ ਆ, ਫੈਡਰਲ ਗਵਰਨਮੈਂਟ, ਪ੍ਰੋਵਿੰਸ਼ੀਅਲ ਗਵਰਨਮੈਂਟ, ਉਹਨਾਂ ਤੋਂ ਜਿੰਨੀ ਵੀ ਫੰਡਿੰਗ ਬ੍ਰੈਂਪਟਨ ਦੀ ਓਵਰਡੂ ਆ ਨਾ, ਉਹ ਰਿਕੁਐਸਟ ਕਰਕੇ ਆਪਣੇ ਇਨਫਰਾਸਟ੍ਰਕਚਰ, ਕ੍ਰਾਈਮ ਤੇ ਆਪਣੀ ਸੇਫਟੀ ਦੇ ਵਿੱਚ ਵਰਤਾਂਗੇ। ਜਿਹੜੇ ਮੌਜੂਦਾ ਇਸ ਵੇਲੇ ਮਿਊਨਿਸਪਲ ਵਿੱਚ ਲੋਕ ਨੇ, ਇਹ ਕਹਿੰਦੇ ਕਿ ਅਸੀਂ ਸਿਟੀ ਦਾ ਟੈਕਸ ਜਿਹੜਾ ਹੈ ਉਹ ਵਧਾਇਆ ਨਹੀਂ ਹੈ, ਵਧਣ ਦਿੱਤਾ। ਇਜ਼ ਨਾਟ ਟਰੂ? ਇਟਸ ਨਾਟ ਟਰੂ। ਤੁਹਾਡਾ ਟੈਕਸ ਰੇਟ ਵਧਿਆ, ਤੁਸੀਂ ਆਪਦੇ ਬਿੱਲ ਹੀ ਦੇਖ ਲਓ ਫॉर 4 ਸਾਲਾਂ ਦੇ। ਸੋ ਬਾਈ ਦੇ ਕਲੇਮ they're lying to you। ਕਮਾਲ ਦੀ ਗੱਲ ਹੈ। ਸੋ ਜੇ ਇਸ ਤਰ੍ਹਾਂ ਹੈ ਤਾਂ ਮੇਰੇ ਖਿਆਲ ਲੋਕਾਂ ਦੇ ਵਾਸਤੇ ਇੱਕ ਵਧੀਆ ਹਾਲੀ ਮੌਕਾ ਆ ਕਿ ਤੁਸੀਂ ਅਗਲੀ ਵੀਕਐਂਡ ਦੇ ਉੱਪਰ ਐਡਵਾਂਸ ਵਿੱਚ ਆਪਣੀ ਵੋਟ ਨੂੰ ਕਾਸਟ ਕਰਨਾ ਤਾਂ ਆਪਣੇ ਬਿੱਲ ਚੈੱਕ ਕਰ ਲਓ। ਤੁਸੀਂ ਸਿਟੀ ਹਾਲ ਨੂੰ ਕਾਲ ਕਰ ਲਓ, ਜੇ ਤੁਹਾਡੇ ਕੋਲ ਬਿੱਲ ਨਹੀਂ ਪਏ ਤਾਂ ਚੈੱਕ ਕਰ ਲਓ ਕਿ ਤੁਸੀਂ ਪਿਛਲੇ ਸਾਲ ਵਿੱਚ ਕਿੰਨਾ ਪੇ ਕੀਤਾ ਤੇ ਹੁਣ ਤੁਸੀਂ ਕਿੰਨਾ ਪੇ ਕੀਤਾ ਔਰ ਉਸ ਪ੍ਰਾਪਰਟੀ ਵਿੱਚ ਰਹੇ ਹੋ ਅਤੇ ਤੁਹਾਨੂੰ ਉਹੀ ਸਹੂਲਤਾਂ ਕੋਈ ਵਧੀਆ ਨਹੀਂ ਹੈ ਔਰ ਕੋਈ ਐਸੀ ਮੇਜਰ ਚੇਂਜਸ ਨਹੀਂ ਆਈ ਜਿਹੜੇ ਕਿ ਜਿਸ ਕਰਕੇ ਸਿਟੀ ਨੂੰ ਕੋਈ ਐਕਸਟਰਾ ਟੈਕਸ ਲਾਉਣ ਦੀ ਜ਼ਰੂਰਤ ਪਈ ਹੋਵੇ, ਕੋਈ ਐਸਾ ਇੱਥੇ ਸਿਆਸੀ ਤੂਫਾਨ ਆ ਗਿਆ ਹੋਵੇ। ਆਈ ਡੋਂਟ ਨੋ, ਉਹ ਗੱਲ ਵੱਖਰੀ ਹੈ। ਬਟ ਇਹ ਕਿਉਂ ਕਹਿ ਰਹੇ ਨੇ ਕਿ ਸਿਟੀ ਨੇ ਟੈਕਸ ਤੁਹਾਡਾ ਬਿਲਕੁਲ ਨਹੀਂ ਵਧਾਇਆ? ਨਿੱਕੀ ਜੀ ਕਹਿੰਦੇ ਨੇ ਕਿ ਵਧਾਇਆ ਹੈ। ਤੁਹਾਡੇ ਮੁਤਾਬਕ ਇਹ ਸਾਰਾ ਝੂਠ ਹੈ? ਫਿਰ
ਸਾਰਾ ਹੀ ਝੂਠਾ। ਮੈਂ ਤੁਹਾਨੂੰ ਇਹੀ ਕਹੂੰਗੀ, ਤੁਸੀਂ ਜੇ ਕੁਝ ਹੋਰ ਵੀ ਦੇਖਣਾ ਨਾ, ਸਾਰੇ ਡਾਕੂਮੈਂਟਸ ਪੇਪਰ ਵਰਕ ਅਵੇਲੇਬਲ ਆ, ਜਿੱਥੇ ਜਿੱਥੇ ਤੁਹਾਡੇ ਪੈਸੇ ਖਰਚੇ ਗਏ, ਜਿੱਥੇ ਜਿੱਥੇ ਤੁਹਾਡੀ ਮਨੀ ਮਿਸਯੂਜ਼ ਹੋਈ। ਜੇ ਤੁਸੀਂ ਦੇਖੋ, ਆਪਾਂ ਨੂੰ ਹੁਣੇ ਪਤਾ ਲੱਗਿਆ $186,000 ਜਿਹੜਾ ਇਹ ਮੇਅਰ ਆ, ਇਹਨੇ ਟੈਕਸ ਪੇਅਰ ਦੇ ਪੈਸੇ ਵਰਤੇ ਆ ਆਪਣੇ ਵਕੀਲਾਂ ਦੇ ਵਾਸਤੇ। ਇਹਨੇ ਉਹ ਲਾਸੂਟ ਆ ਬਿਫੋਰ ਇਹ ਮੇਅਰ ਬਣਿਆ, ਜਦੋਂ ਇਹਨੇ CTV ਨੂੰ ਸੂ ਕੀਤਾ, ਜਦੋਂ ਇਹਨੇ ਮਿਨਿਸਟਰ ਫਡੈਲੀ ਨੂੰ ਸੂ ਕੀਤਾ ਇੱਕ ਡਗ ਫੋਰਡ ਦੀ ਗਵਰਨਮੈਂਟ ਦੇ ਵਿੱਚ, ਉਹਦੇ ਵਾਸਤੇ ਤੁਹਾਡੇ ਮਨੀ ਐਵਰੀ ਮੰਥ ਵਰਤੀ ਜਾਂਦੀ ਆ। ਇਹ ਗਲਤ ਆ। ਆਪਣੀ ਸਿਟੀ ਕਿਵੇਂ ਗਰੋ ਹੋਊਗੀ ਜੇ ਆਪਾਂ ਕਿਸੇ ਦੇ ਲੀਗਲ ਕਾਸਟ, ਉਹਨਾਂ ਦੇ ਘਰ ਦੇ ਖਰਚੇ, ਉਹਨਾਂ ਦੇ ਫੈਂਸੀ ਲਾਈਫ ਸਟਾਈਲ ਤੇ ਉਹਨਾਂ ਨੇ ਫਰੈਂਡਸ ਨੂੰ ਹੀ ਕੰਟਰੈਕਟਸ ਦੇ ਰਹੇ ਆ ਐਵਰੀ ਈਅਰ। ਉਹਦੇ ਵਿੱਚ ਇਸ ਵੇਲੇ ਨਿੱਕੀ ਕੌਰ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਤੁਸੀਂ ਜਾਣਦੇ ਹੋ ਕਿ ਬਰਮਟਨ ਸਿਟੀ ਦੇ ਵਿੱਚ, ਤੁਹਾਡੀ ਸਿਟੀ ਵਿੱਚ ਵੀ ਮਿਊਨਿਸਪਲ ਚੋਣਾਂ ਹੋ ਰਹੀਆਂ ਨੇ। ਟਰਸਟੀ, ਸਿਟੀ ਕੌਂਸਲਰ ਅਤੇ ਰੀਜਨਲ ਕੌਂਸਲਰ ਤੋਂ ਇਲਾਵਾ ਮੇਅਰ ਦੀ ਚੋਣ ਦੇ ਵਿੱਚ ਕੱਲ ਕਿੰਨੇ ਉਮੀਦਵਾਰ ਨੇ ਇਹ ਤੁਸੀਂ ਜਾਣਦੇ ਹੋ। ਉਹਨਾਂ ਵਿੱਚੋਂ ਇੱਕ ਨਿੱਕੀ ਕੌਰ ਜੀ, ਔਰ ਨਿੱਕੀ ਜੀ ਕੈਨੇਡਾ ਦੇ ਬ੍ਰੌਟਅਪ ਨੇ ਅਤੇ ਬਰਮਟਨ ਦੇ ਵਿੱਚ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਜੀਵਨ ਬਤੀਤ ਕੀਤਾ, ਔਰ ਲਾਅ ਦੇ ਵਿੱਚ ਨੇ। ਔਰ ਕਿੰਨਾ ਸਾਲ ਤੁਸੀਂ ਪ੍ਰੈਕਟਿਸ ਕੀਤੀ ਹੈ, ਔਰ ਅੱਜ ਕੱਲ੍ਹ ਸਿਟੀ ਵਿੱਚ ਕਿੰਨਾ ਸਮਾਂ ਜਿਹੜਾ ਹੈ ਤੁਸੀਂ ਕੰਮ ਕੀਤਾ, ਤੇ ਉਸ ਤੋਂ ਬਾਅਦ ਤੁਸੀਂ ਫਿਰ ਛੁੱਟੀਆਂ ਲਈਆਂ ਨੇ? ਹਾਂਜੀ, ਮੈਨੂੰ ਸਿਟੀ ਦੇ ਵਿੱਚ 3.5 years ਹੋ ਗਏ, ਐਂਡ August 11 ਤੋਂ ਮੈਂ ਅਨਪੇਡ ਲੀਵ ਤੇ ਆ। ਜਦੋਂ ਦੇ ਆਪਾਂ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਆ, ਅਸੀਂ ਟੈਕਸ ਪੇਅਰ ਦੇ ਮਨੀ ਵਰਤਣਾ ਨਹੀਂ ਚਾਹੁੰਦੇ ਆਪਦੇ ਇਲੈਕਸ਼ਨ ਦੇ ਵਾਸਤੇ, ਸੋ ਅਸੀਂ ਅਨਪੇਡ ਲੀਵ ਲਈ ਆ, ਤਾਂ ਹੀ ਅਸੀਂ ਕਰ ਰਹੇ ਹੈਗੇ ਆ। ਐਂਡ ਮੈਨੂੰ ਲੀਗਲ ਪ੍ਰੋਫੈਸ਼ਨ ਦੇ ਵਿੱਚ 7 ਸਾਲ ਹੋ ਗਏ। ਤੁਸੀਂ ਵੋਟਰਸ ਨੂੰ ਕੀ ਕਹਿਣਾ ਚਾਹੁੰਦੇ ਹੋ, ਖਾਸ ਕਰਕੇ ਭੈਣਾਂ ਦੇ ਮਨਾਂ ਦੇ ਵਿੱਚ ਆਲਰੇਡੀ ਤੁਹਾਡੇ ਪ੍ਰਤੀ ਬਹੁਤ ਵੱਡੀ ਰਿਸਪੈਕਟ ਪਾਈ ਜਾ ਰਹੀ ਹੈ, ਲੋਕ ਕਹਿੰਦੇ ਨੇ, ਹਾਂਜੀ। ਔਰ ਪਾਰਕਾਂ ਵਿੱਚ ਭਾਵੇਂ ਕਿ ਲੋਕਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ, ਕਿਉਂਕਿ ਮੌਸਮ ਦੇ ਵਿੱਚ ਤਬਦੀਲੀ ਆਈ ਹੈ, ਬਟ ਤੁਹਾਡਾ ਲੇਡੀਜ਼ ਦੇ ਵਿੱਚ ਜਿਹੜਾ ਕੱਦ ਕਾਫੀ ਉੱਪਰ ਹੈ। ਔਰ ਟਰੱਕਿੰਗ ਇੰਡਸਟਰੀ ਅਤੇ ਵੱਖ-ਵੱਖ ਅਸੀਂ ਧਾਰਮਿਕ ਸਥਾਨਾਂ ਤੇ ਜਦੋਂ ਗੱਲਬਾਤ ਕਰਦੇ ਹਾਂ ਤਾਂ ਤੁਹਾਡਾ ਨਾਮ ਜਿਹੜਾ ਆ ਹਰ ਜ਼ੁਬਾਨ ਤੇ ਹੈ। ਪਰ ਵੋਟਰਸ ਨੂੰ ਤੁਸੀਂ ਆਪਣੇ ਵੱਲ ਹੋਰ ਖਿੱਚਣ ਲਈ ਕਿਹੜੇ ਐਸੇ ਯਤਨਸ਼ੀਲ ਤੁਹਾਡੇ ਸਪੋਰਟਰਸ ਕੰਮ ਕਰ ਰਹੇ ਨੇ? ਤੁਹਾਡੇ ਮਾਈਂਡ ਦੇ ਵਿੱਚ ਕਿਹੜਾ ਐਸਾ ਹੈ ਜੀ ਲੋਕਾਂ ਪ੍ਰਤੀ ਤੁਹਾਡਾ ਜਿਹੜਾ ਧਿਆਨ ਆ ਉਹ ਤੁਸੀਂ ਖਿੱਚਣਾ ਚਾਹੁੰਦੇ ਹੋ? ਕੋਈ ਤੁਹਾਡਾ ਪ੍ਰਾਇੋਰਟੀ ਬੇਸ ਤੇ ਕਿਹੜਾ ਐਸਾ ਜਿਹੜਾ ਤੁਸੀਂ ਕੰਮ ਕਰਨਾ? ਸਪੋਜ਼ ਕਰ ਤੁਸੀਂ ਮੇਅਰ ਬਣਦੇ ਹੋ, ਹਾਂਜੀ, ਤਾਂ ਕਿਹੜੀ ਐਸੀ ਜਿਹੜੀ ਮੈਸੇਜ ਸਭ ਤੋਂ ਪਹਿਲਾਂ ਤੁਸੀਂ ਉਹ ਪਹਿਲਾਂ ਉਸ ਨੂੰ ਦੂਰ ਕਰੋਗੇ? ਸਾਰਿਆਂ ਤੋਂ ਪਹਿਲਾਂ ਅਸੀਂ ਇੱਕ ਹੀ ਤੁਹਾਨੂੰ ਅਪੀਲ ਕਰਦੇ ਹਾਂ ਵੀ ਪਲੀਜ਼ ਤੁਸੀਂ ਜਾ ਕੇ ਵੋਟ ਪਾਓ। ਕ੍ਰਿਟੀਕਲ ਹੈਗਾ ਵਾ, ਜਿੰਨਾ ਚਿਰ ਤੁਸੀਂ ਵੋਟ ਨਹੀਂ ਪਾਉਂਦੇ ਨਾ, ਆਪਾਂ ਕੁਝ ਨਹੀਂ ਕਰ ਸਕਾਂਗੇ। ਦੁਬਾਰਾ ਫਿਰ ਆਪਾਂ ਫਿਰ ਉਹੀ ਚੀਜ਼ਾਂ ਐਂਡ ਉਹ ਤੋਂ ਵਰਸਟ ਆਪਣੇ ਤੇ ਹੋਊਗਾ। ਐਂਡ ਮੈਂ ਨਹੀਂ ਚਾਹੁੰਦੀ ਵੀ ਆਪਾਂ ਕਿਸੇ ਦੇ ਖਰਚੇ, ਕਿਸੇ ਦਾ ਲਾਈਫ ਸਟਾਈਲ ਤੇ ਆਪਾਂ ਆਪਣੇ ਟੈਕਸ ਡਬਲ ਡਿਜਿਟਸ ਦੇ ਵਿੱਚ ਵੱਧ ਕੇ ਦਈਏ। ਮੇਰੀ ਇਹੀ ਸਾਰਿਆਂ ਨੂੰ ਰਿਕੁਐਸਟ ਹੈਗੀ ਆ ਵੀ ਸਾਰਿਆਂ ਤੋਂ ਪਹਿਲਾਂ ਜਦੋਂ ਅਸੀਂ ਆਵਾਂਗੇ, ਅਸੀਂ ਮੋਸ਼ਨ ਪਾਸ ਕਰਾ ਕੇ ਜਿਹੜਾ ਆਪਾਂ ਕ੍ਰਾਈਮ ਦੀ ਗੱਲ ਕਰ ਰਹੇ ਹਾਂ, ਦੁਬਾਰਾ ਜੋ ਸਿਟੀ ਇਜ਼ ਪਲੇਗਡ ਵਿਦ ਕ੍ਰਾਈਮ, ਜਿਹੜੀਆਂ ਐਵਰੀ ਮੰਥ 3 to 500 ਕਾਰਸ ਆ ਜਿਹੜੀਆਂ ਚੋਰੀ ਹੁੰਦੀਆਂ, ਆਪਾਂ ਇਮੀਡੀਏਟਲੀ 100 ਨਿਊ ਆਫਿਸਰਸ ਰੋਡਸ ਤੇ ਪਾਵਾਂਗੇ। ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਪ੍ਰੋਪਰਟੀ ਟੈਕਸਿਸ ਜਿਹੜੇ ਹੈਗੇ ਉਹਨਾਂ ਨੂੰ ਫਰੀਜ਼ ਕਰਾਂਗੇ, ਤੇ ਫਿਰ ਆਪਾਂ ਜਿਹੜੀ ਲਿਬਰਲ ਗਵਰਨਮੈਂਟ ਹੈਗੀ ਆਪਣੀ ਫੈਡਰਲ ਗਵਰਨਮੈਂਟ ਐਂਡ ਜਿਹੜੀ ਕੰਜ਼ਰਵੇਟਿਵ PC ਗਵਰਨਮੈਂਟ ਆਪਣੀ ਪ੍ਰੋਵਿੰਸ਼ਲੀ ਹੈਗੀ, ਉਹਨਾਂ ਨੂੰ ਅਪੀਲ ਕਰਾਂਗੇ ਵੀ ਜੋ ਬਰੈਂਪਟਨ ਦਾ ਸ਼ੇਅਰ ਆ ਸਾਨੂੰ ਪਲੀਜ਼ ਉਹ ਸੈਂਡ ਕਰੋ। ਜਿਹੜਾ ਆਪਣਾ ਕਰੰਟ ਮੇਅਰ ਹੈ ਨਾ, ਇਹਨੂੰ ਦੇਖੋ ਪ੍ਰੋਵਿੰਸ ਤੋਂ ਵੀ ਕੱਢਿਆ ਹੋਇਆ ਵਾ, ਇਹ ਫੈਡਰਲੀ ਵੀ ਡਿਸਕੁਆਲੀਫਾਈ ਹੋਇਆ। ਤੁਸੀਂ ਕਦੇ ਇਹੋ ਜਿਹੇ ਬੰਦੇ ਨੂੰ ਘਰੇ ਨਾ ਬੁਲਾਓ ਜਿਹਦੇ ਨਾਲ ਤੁਸੀਂ ਲੜ ਕੇ ਹਟੇ ਆ ਤੇ ਜਿਹੜਾ ਤੁਹਾਨੂੰ ਪਤਾ ਤੁਹਾਡੇ ਪੈਸੇ ਖਾ ਰਿਹਾ। ਆਪਾਂ ਇਹੋ ਜਿਹੇ ਬੰਦੇ ਨੂੰ ਕਿਉਂ ਆਪਣੀ ਸਿਟੀ ਦਾ ਇੰਚਾਰਜ ਰੱਖਿਆ? ਇਹ ਬੜੀ ਗਲਤੀ ਹੋ ਗਈ ਆਪਣੇ ਤੋਂ, ਤੇ ਹੁਣ ਆਪਣੇ ਕੋਈ ਓਪਰਚੁਨਿਟੀ ਆ। ਸੋ ਆਈ ਰਿਕੁਐਸਟ that you take this opportunity and give us the chance to clean up and really put Brampton on the map for all the right reasons. ਬਰਮਟਨ ਹਸਪੀਟਲ ਦੀ ਗੱਲ ਕਰੀਏ, ਬਰਮਟਨ ਹਸਪੀਟਲ ਦਾ ਕਿੰਨੇ ਪਰਸੈਂਟ ਹਿੱਸਾ ਜਿਹੜਾ ਹਾਲੇ ਵੀ ਖਾਲੀ ਪਿਆ, ਜਿਹੜੇ ਕਿ ਬਿਲਕੁਲ ਬੈੱਡ ਨਹੀਂ ਹੈ, ਜਦਕਿ ਇੱਥੇ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਵਾਸਤੇ ਜਿਹੜੀਆਂ ਸੇਵਾਵਾਂ ਦੇ ਸਕਦੇ ਹੋ? ਕਾਰਨ ਕੀ ਹੈ ਕਿ ਬਰਮਟਨ ਦੇ ਵਿੱਚ ਨਰਸਿਸ, ਡਾਕਟਰਸ ਕਿੰਨੇ ਪਰਸੈਂਟ, ਮੇਰੇ ਖਿਆਲ 25 ਤੋਂ 26% ਇਹ ਬਿਲਡਿੰਗ ਜਿਹੜੀ ਹੈ ਉਹਦੇ ਖਾਲੀ ਪਈ ਹੈ। ਇਹਨੂੰ ਵਰਤੋਂ ਵਿੱਚ ਕਿਉਂ ਨਹੀਂ ਲਿਆਂਦਾ ਜਾ ਰਿਹਾ? ਕੀ ਤੁਹਾਨੂੰ ਮਿਊਨਿਸਪਲ ਨੂੰ ਪੈਸਾ ਨਹੀਂ ਮਿਲ ਰਿਹਾ ਅੰਟਾਰੀਓ ਵੱਲੋਂ, ਫੈਡਰਲ ਵੱਲੋਂ? 2-3 ਸਾਲ ਪਹਿਲਾਂ ਪ੍ਰੋਵਿੰਸ ਨੇ ਆਪਾਂ ਨੂੰ ਆਪਣਾ ਫੇਅਰ ਸ਼ੇਅਰ ਦਿੱਤਾ ਸੀ, ਤੇ ਜਿਹੜਾ ਆਪਣਾ ਮੇਅਰ ਹੈਗਾ ਪੈਟਰਿਕ, ਇਹਨੇ ਜਿਹੜੀ ਟ੍ਰਾਂਜੈਕਸ਼ਨ ਲੈਵੀ ਸੀਗੀ ਜਿਹੜੀ ਹਸਪੀਟਲ ਦੇ ਵਾਸਤੇ, ਇਹਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਜਦੋਂ ਪ੍ਰੋਵਿੰਸ ਨੂੰ ਪੈਸੇ ਦਿੰਦਾ, ਜਿਹੜੀ ਮਿਊਨਿਸਪੈਲਿਟੀ ਆ ਉਹਨੂੰ ਵੀ ਆਪਦਾ ਸ਼ੇਅਰ ਪਾਣਾ ਪੈਂਦਾ, ਐਂਡ ਇਹਨੇ ਕੁਝ ਨਹੀਂ ਕੀਤਾ। ਸੋ ਉਹ ਚੁੱਪ ਕਰ ਗਏ ਤੇ ਆਪਾਂ ਨੂੰ ਉਹਦਾ ਕੁਝ ਨਹੀਂ ਮਿਲਿਆ। ਉਸੇ ਟਾਈਮ ਦੇ ਵਿੱਚ ਹੀ ਮਿਸਿਸਾਗਾ ਨੂੰ $500 million ਮਿਲਿਆ ਹੈਲਥ ਕੇਅਰ ਦੇ ਵਿੱਚ, ਤੇ ਬਰੈਂਪਟਨ ਨੂੰ 300 ਤੋਂ ਘੱਟ ਬੈੱਡ ਮਿਲੇ ਜਿਹੜੀ ਆਪਣੀ ਹਾਲਵੇ ਮੈਡੀਸਨ ਕ੍ਰੀਏਟ ਹੋ ਚੁੱਕੀ ਆ। ਅਸੀਂ ਤੁਹਾਨੂੰ ਦੁਬਾਰਾ ਇੱਕ ਹੀ ਗੱਲ ਕਵਾਂਗੇ, ਇਹੋ ਜਿਹਾ ਬੰਦਾ ਨਾ ਪਿਕ ਕਰੋ ਜਿਹਦਾ ਕਿਤੇ ਨਹੀਂ ਕੋਈ ਗੱਲ ਸੁਣਦਾ ਤੇ ਨਾ ਕੁਝ ਬਣ ਰਿਹਾ। ਉਹਦੇ ਨਾਲ ਆਪਣਾ ਹੀ
ਨੈਗੇਟਿਵ ਇਫੈਕਟ ਬਣ ਰਿਹਾ, ਆਪਣੀ ਹੀ ਸਿਟੀ ਨੂੰ ਡਰਾਬੈਕਸ ਮਿਲ ਰਹੇ ਜਿਹਦੇ ਨਾਲ ਆਪਾਂ ਗਾਂ ਨਹੀਂ ਕਦੇ ਜਾ ਸਕਦੇ। ਆਪਣੇ ਬ੍ਰੈਂਪਟਨ ਦੇ ਵਿੱਚ ਸਿਰਫ ਦੇਖਿਆ ਜਾਵੇ ਕਿ ਸੋ ਫar ਇੱਕ ਹਸਪੀਟਲ ਆ, ਉਹ ਵੀ ਪੂਰਾ ਕੰਪਲੀਟ ਨਹੀਂ ਹੈ ਜੀ। ਤਾਂ ਮਿਸਾਗੇ ਦੇ ਵਿੱਚ ਤੇ ਇੱਕ ਆਪਣੇ ਬ੍ਰੈਂਪਟਨ ਦੀ ਪੋਪੂਲੇਸ਼ਨ ਦੇਖ ਲਓ ਤੁਸੀਂ, ਤਾਂ ਮਿਸਾਗੇ ਵਿੱਚ ਕਿੰਨੇ ਹਸਪੀਟਲ ਨੇ? 3 ਹੈਗੇ ਆ। ਤਾਂ ਫਿਰ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇਹ ਮੇਅਰ ਦੀ ਹੈ। ਜਿਹੜਾ ਤੁਹਾਡਾ ਮੇਅਰ ਹੈ ਨਾ, ਉਹਦਾ ਬਣਦਾ ਵੀ ਉਹ ਤੁਹਾਡੇ ਵਾਸਤੇ ਐਡਵੋਕੇਟ ਕਰੇ, ਪ੍ਰੋਵਿੰਸ ਦੇ ਨਾਲ ਗੱਲਬਾਤ ਕਰੇ। ਦੇਖੋ ਆਪਣੀ ਨੇਬਰਿੰਗ ਸਿਟੀ ਨੂੰ 500 ਮਿਲੀਅਨ ਕਿਵੇਂ ਮਿਲ ਗਿਆ ਤੇ ਆਪਾਂ ਨੂੰ 200 ਬੈੱਡ ਹੀ ਕਿਵੇਂ ਮਿਲੇ, ਕੋਈ ਤਾਂ ਗੱਲ ਹੈਗੀ ਹੈ ਨਾ ਜੇ ਸੋਚਿਆ ਜਾਵੇ। ਨਾਲੇ ਉਹਨਾਂ ਦੇ ਕੋਲ ਆਲਰੇਡੀ ਵਰਕਿੰਗ ਫੈਸਿਲਿਟੀਜ਼ ਬਹੁਤ ਜ਼ਿਆਦਾ ਹੈਗੀਆਂ ਵਾ। ਆਪਣੇ ਕੋਲ ਤਾਂ ਇੱਕ ਹਸਪੀਟਲ ਹੈਗਾ ਤੇ ਇੱਕ ਅਰਜੈਂਟ ਪੀਐਲ ਕੇਅਰ ਫੈਸਿਲਿਟੀ ਆ। ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਸੇਜ? ਜਿਹੜੀ ਨਵੀਂ ਜਨਰੇਸ਼ਨ ਦੇ ਬੱਚੇ 18 ਸਾਲ ਤੋਂ ਜਿਹਨਾਂ ਨੇ ਵੋਟ ਆਪਣੀ ਕਾਸਟ ਕਰਨਾ, ਜਿਹਦੇ ਵਿੱਚ ਬਹੁਤ ਸਾਰੀ ਨਵੀਂ ਜਨਰੇਸ਼ਨ ਆ, ਨਵੀਂ ਜਨਰੇਸ਼ਨ ਜਿਹੜੀ ਆ ਉਹ ਫੋਲੋ ਨਹੀਂ ਕਰਦੀ ਆਪਣੇ ਪੇਰੈਂਟਸ ਨੂੰ ਵੀ ਕਿ ਪੇਰੈਂਟਸ ਦੇ ਕਹੇ ਤੇ ਵੋਟ ਕਰਨ ਨੂੰ ਕਾਸਟ ਕਰਦੇ ਆ। ਤੁਸੀਂ ਕੈਨੇਡੀਅਨ ਬੋਰਨ ਹੋ, ਬ੍ਰੈਂਪਟਨ ਦੀਆਂ ਪ੍ਰੋਬਲਮਸ ਜਾਣਦੇ ਹੋ, ਬ੍ਰੈਂਪਟਨ ਵਿੱਚ ਤੁਸੀਂ ਪੜ੍ਹੇ ਹੋ, ਹਾਂਜੀ, ਸੋ ਤੁਹਾਡੇ ਮਗਰ ਯੂਥ ਹੈ। 100%. One of the message I want to share with every single person out there, especially the young adults, you have an option. The option is where you can get your job that you work for and that you're qualified for. And we can have a city that's going to work for you. A university that we want to bring that you can be proud of. Healthcare jite appa sare accessible kar sakiye. And a safety system associated working with the local police. ਤੁਹਾਨੂੰ ਫਿਰ ਡਰ ਕੇ ਬਾਹਰ ਨਾ ਜਾਣਾ ਪਵੇ, ਤੁਹਾਡੀ ਕਾਰ ਦਾ ਤੁਹਾਨੂੰ ਕੋਈ ਡਰ ਨਾ ਹੋਵੇ, ਤੁਹਾਨੂੰ ਇਹ ਵੀ ਡੇ ਟਾਈਮ 'ਚ ਡਰ ਨਾ ਹੋਵੇ ਵੀ ਕੋਈ ਸਾਡੇ ਘਰੇ ਆ ਕੇ ਸਾਡੀ ਦੇ ਗੋਇੰਗ ਚੋਰੀ ਕਰੂਗਾ ਸਾਡੇ ਘਰੇ ਆ ਕੇ। ਇਹ ਬਹੁਤ ਜ਼ਰੂਰੀ ਆ। ਇੱਕ ਹੀ ਆਪਣੇ ਕੋਲ ਮੌਕਾ ਹੈਗਾ। ਅਸੀਂ ਜੋ ਨੈਗਰਾ ਫਾਲ ਦੇ ਲੋਕ ਆ, ਬੈਰੀ ਦੇ ਲੋਕ ਆ, ਸਕਾਰਬ ਦੇ ਲੋਕ, ਉਹਨਾਂ ਨੂੰ ਬੰਦ ਕਰਨਾ ਚਾਹੁੰਦੇ ਆ। ਜਿਹੜਾ ਸਿਟੀ ਹਾਲ ਹੈ ਨਾ, ਉੱਥੇ ਬ੍ਰੈਂਪਟਨ ਦਾ ਰਿਫਲੈਕਸ਼ਨ ਹੋਣਾ ਚਾਹੀਦਾ। ਜੋ ਆਊਟਸਾਈਡ ਸਿਟੀ ਦਾ ਹੈਗਾ ਵਾ ਉਹੀ ਕਮਿਊਨਿਟੀਜ਼ ਅੰਦਰ ਹੋਣੀਆਂ ਚਾਹੀਦੀਆਂ। ਅਸੀਂ ਦੁਬਾਰਾ ਤੁਹਾਨੂੰ ਇਹੀ ਕਹਿ ਰਹੇ ਆ, that's what we'd need. I see. ਅਸੀਂ ਇੱਕ ਕਮਿਸ਼ਨ ਤੋਂ ਬਾਅਦ ਵਾਪਸ ਆ ਰਹੇ। ਸਾਡਾ ਸਵਾਲ ਹੋਵੇਗਾ ਕਿ ਸਿਟੀ ਦੇ ਵਿੱਚ ਸਾਡੇ ਬ੍ਰੈਂਪਟਨ ਦੇ ਵਾਸਤੇ ਲੋਕਾਂ ਨੂੰ ਕਿੰਨੇ ਪਰਸੈਂਟ ਜੌਬ ਹੈ ਤੇ ਬਾਹਰਲੇ ਲੋਕਾਂ ਨੂੰ ਜੌਬ ਜਿਹੜੀ ਆ ਇਸ ਸਿਟੀ ਦੇ ਵਿੱਚ ਕਿਉਂ ਆ, ਜਦ ਕਿ ਬ੍ਰੈਂਪਟਨ ਦੇ ਲੋਕਾਂ ਨੂੰ ਜੌਬ ਮਿਲਣੀ ਜ਼ਰੂਰ ਚਾਹੀਦੀ ਜਿਹੜੇ ਕਿ ਇਸ ਸਿਟੀ ਵਿੱਚ ਰਹਿੰਦੇ ਨੇ ਤਾਂ ਸਿਟੀ ਨੂੰ ਟੈਕਸ ਪੇ ਕਰਦੇ ਨੇ, ਅਤੇ ਪ੍ਰਾਇੋਰਟੀ ਜਿਹੜੀ ਆ ਉਹ ਕਿਹਨੇ ਲੋਕਾਂ ਦੀ ਹੋਣੀ ਚਾਹੀਦੀ ਹੈ, ਇਹ ਸਾਡਾ ਸਵਾਲ ਹੋਵੇਗਾ। ਤਾਂ ਉਸ ਤੋਂ ਬਾਅਦ ਤੁਹਾਡੇ ਬੱਚੇ ਜਿਹੜੇ ਸਟੂਡੈਂਟ ਨੇ ਇੱਥੋਂ ਦੇ ਔਰ ਉਹਨਾਂ ਨੂੰ ਵਲੰਟੀਅਰ ਆਵਰ ਚਾਹੀਦੇ ਹੁੰਦੇ ਨੇ, ਔਰ ਤੁਸੀਂ ਵਲੰਟੀਅਰ ਆਵਰ ਵਾਸਤੇ ਵੀ ਇਹਨਾਂ ਦੇ ਆਫਿਸ ਦਾ ਤਾਲਮੇਲ ਕਰ ਸਕਦੇ ਹੋ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਐਸੀ ਨੌਕਰੀ ਨੂੰ ਜੁਆਇਨ ਕਰਨਾ ਤੁਹਾਡੇ ਵਾਸਤੇ, ਤੁਸੀਂ ਕਮਿਊਨਿਟੀ ਲਈ ਕੋਈ ਐਸੇ ਕੰਮ ਕੀਤੇ ਨੇ, ਕੋਈ ਆਵਰਸ ਜਿਹੜੇ ਨਿਰਾਏ ਨੇ, ਸੋ ਇਹ ਇੱਕ ਵਧੀਆ ਮੌਕਾ ਹੈ ਕਿ ਤੁਸੀਂ ਨਿੱਕੀ ਜਿਹੀ ਆਫਿਸ ਨਾਲ ਤਾਲਮੇਲ ਕਰਕੇ ਆਪਣੇ ਵਲੰਟੀਅਰਸ ਆਵਰ ਜਿਹੜੇ ਨੇ ਤੁਸੀਂ ਦੇ ਸਕਦੇ ਹੋ। ਮੇਰੇ ਖਿਆਲ ਕਿ ਕਾਫੀ ਸਟੂਡੈਂਟ ਜੁਆਇਨ ਕਰ ਚੁੱਕੇ ਨੇ ਤੁਹਾਨੂੰ। ਹਾਂਜੀ, ਕਾਫੀ ਸਟੂਡੈਂਟ ਹੈਗੇ। ਅਸੀਂ ਡੋਰ ਨਾਕਿੰਗ ਵੀ ਕਰਦੇ ਤੇ ਫੋਨ ਕਾਲਸ ਵੀ ਕਰਦੇ ਆ। ਐਂਡ ਜੇ ਕਿਸੇ ਨੂੰ ਵੋਲੰਟੀਅਰ ਆਵਰਸ ਚਾਹੀਦੇ, ਯੂਜੂਅਲੀ 40 ਚਾਹੀਦੇ ਹੁੰਦੇ, 40 ਆਵਰਸ ਪਰ ਈਅਰ, ਅਸੀਂ ਮੋਰ ਦੈਨ ਹੈਪੀ ਟੂ ਹੈਲਪ ਆਊਟ ਵਿਦ ਦੈਟ। ਆਈ ਸੀ। ਸੋ ਅਸੀਂ ਨੰਬਰ ਦੇਵਾਂਗੇ ਇਹਨਾਂ ਕੈਂਪੇਨ ਆਫਿਸ ਆ ਔਰ ਅਸੀਂ ਵਾਪਸ ਆ ਰਹੇ ਇਹਨਾਂ ਸਿਚੁਏਸ਼ਨ ਸਾਡੇ, ਔਰ ਇਹ ਹੁਣ ਤੁਸੀਂ ਖੁਦ ਦੇਖਣਾ ਆ, ਤੁਸੀਂ ਸੋਚਣਾ ਆ, ਔਰ ਤੁਹਾਡੇ ਕੋਲ ਸਮਾਂ ਹੈ ਸੋਚਣ ਦੇ ਵਾਸਤੇ ਕਿ ਅਸੀਂ ਕਿਹੜੇ ਕੈਂਡੀਡੇਟ ਲੈ ਕੇ ਆਉਣਾ ਹੈ। ਹੀ ਔਰ ਸ਼ੀ, ਤੁਸੀਂ ਇਹ ਵੇਖਣਾ ਹੈ ਕਿ ਸਾਡੀ ਸਿਟੀ ਵਾਸਤੇ, ਸਾਡੇ ਬੱਚੇ ਵਾਸਤੇ ਕਿਹੜਾ ਕੈਂਡੀਡੇਟ ਜਿਹੜਾ ਹੈ ਉਹ ਇਸ ਸਿਟੀ ਦਾ ਭਵਿੱਖ ਬਣਾ ਸਕਦਾ। ਇਸ ਸਿਟੀ ਵਿੱਚ ਫਲਾਵਰ ਕਿਤੇ ਨਜ਼ਰ ਨਹੀਂ ਆ ਰਹੇ, ਖਤਮ ਹੋ ਚੁੱਕੇ ਨੇ। ਸਿਟੀ ਵਿੱਚ ਕੂੜਾ ਕਰਕਟ ਜਿਹੜਾ ਹੈ ਉਹ ਆਲੇ ਦੁਆਲੇ ਤੁਹਾਨੂੰ ਨਜ਼ਰ ਆ ਰਿਹਾ ਹੈ, ਔਰ ਕਰਪਸ਼ਨ ਜਿਹੜੀ ਹੈ ਉਹਦਾ ਬੋਲ ਬਾਲਾ ਆ, ਔਰ ਲੋਕਾਂ ਦੇ ਉਹਨਾਂ ਦੇ ਕੰਮ ਹੋ ਰਹੇ ਨੇ ਜਿਹੜੇ ਕਿ ਪੈਸੇ ਦੇ ਕੇ ਕੰਮ ਕਰਾ ਸਕਦੇ ਨੇ। ਔਰ ਲੀਗਲ ਅਤੇ ਇਲੀਗਲ ਜਦੋਂ ਅਸੀਂ ਗੱਲ ਕਰਦੇ ਹਾਂ ਦੋ ਸ਼ਬਦਾਂ ਦੀ, ਤਾਂ ਉਹ ਲੋਕ ਜਿਨ੍ਹਾਂ ਕੋਲ ਉਹੋ ਜਿਹਾ ਪੈਸਾ ਹੈ ਤਾਂ ਉਹੋ ਜਿਹਾ ਕੰਮ ਕਰਾ ਰਹੇ ਨੇ। ਅਤੇ ਵੀ ਦੱਸਦੀ ਕਿ ਟੈਂਪਰੇਰੀ ਕੁਝ ਜਿਹੜੀਆਂ ਲੋਕਾਂ ਨੇ ਲਈਆਂ ਹੋਈਆਂ ਜ਼ਮੀਨਾਂ ਸੀ ਉਹਨਾਂ ਦੀ ਜ਼ੋਨਿੰਗ ਚੇਂਜ ਕਰਾਈ ਹੈ, ਉਹ ਟੈਂਪਰੇਰੀ ਹੈ। ਔਰ ਹੂ ਨੋਜ਼ ਆਉਣ ਵਾਲੇ ਸਮੇਂ ਵਿੱਚ 24 ਅਕਤੂਬਰ ਤੋਂ ਬਾਅਦ ਉਹ ਲੋਕ ਤਿਆਰ ਹਨ ਜਿਨ੍ਹਾਂ ਨੇ ਹੇਰਾ ਫੇਰੀ ਦੇ ਨਾਲ ਜ਼ੋਨਿੰਗ ਚੇਂਜ ਕਰਾਈ ਹੈ ਜਾਂ ਹੇਰਾ ਫੇਰੀ ਕਰਕੇ ਕੁਝ ਸਿਟੀ ਦਾ ਪੈਸਾ ਖਾਧਾ ਆ, ਜਾਂ ਫਿਰ ਦੇਖਿਆ ਜਾਵੇ ਕਿ ਇਹ ਪੈਸਾ ਸਿਟੀ ਦਾ, ਇਹ ਤੁਹਾਡਾ ਪੈਸਾ ਹੈ, ਇਹ ਹਰ ਇੱਕ ਵਿਅਕਤੀ ਦਾ ਪੈਸਾ ਹੈ। ਤੁਸੀਂ ਆਪਣੇ ਘਰ ਦਾ ਟੈਕਸ ਦਿੰਦੇ ਹੋ, ਇਹ ਸਿਟੀ ਦੇ ਖਜ਼ਾਨੇ ਵਿੱਚ ਜਾਂਦਾ ਹੈ, ਤਾਂ ਉਹ ਖਜ਼ਾਨਾ ਜਿਹੜਾ ਹੈ ਉਹ ਆਪਰੇਟ ਕਰਦਾ ਹੈ ਜਿਹਨਾਂ ਲੋਕਾਂ ਨੂੰ ਚੁਣਿਆ ਹੁੰਦਾ ਹੈ। ਉਹੀ ਲੋਕ ਜੇ ਮਹਿਸੂਸ ਕਰਨ, ਲੋਕ ਜੋ ਕਹਿੰਦੇ ਨੇ, ਲੋਕਾਂ ਦੀ ਆਵਾਜ਼ ਹੈ, ਸਾਡੇ ਸਵਾਲ ਲੋਕਾਂ ਦੇ ਸਵਾਲ ਹੁੰਦੇ ਨੇ। ਇਸ ਤਰ੍ਹਾਂ ਦਾ ਅਗਲਾ ਸਵਾਲ ਕਰਨ ਜਾ ਰਹੇ, ਇਹ ਮੇਰਾ ਨਹੀਂ ਹੈ, ਪਬਲਿਕ ਦਾ ਸਵਾਲ ਹੈ ਕਿ ਪੁੱਛਿਆ ਜਾਵੇ ਨਿੱਕੀ ਜੀ ਨੂੰ ਕਿ ਇਹ ਇਹਨਾਂ ਨੂੰ ਅਸੀਂ ਜਿਤਾਉਣ ਜਾ ਰਹੇ ਹਾਂ। ਨੋ ਡਾਊਟ ਬਾਸੀ ਜੀ, ਬੜਾ ਭਰਮਾ ਹੰਗਾਰਾ
ਲੋਕਾਂ ਦੇ ਵਿੱਚ ਮਿਲ ਰਿਹਾ ਨੂੰ ਅਤੇ ਅਸੀਂ ਆਪਣੀ ਵੋਟ ਨੂੰ ਕਾਸਟ ਵੀ ਕਰਨ ਜਾ ਰਹੇ ਹਾਂ ਕਿ ਇੱਕ ਸਵਾਲ ਜ਼ਰੂਰ ਪੁੱਛਣਾ ਨਿੱਕੀ ਜੀ ਨੂੰ ਕਿ ਇਹਨਾਂ ਨੇ ਸਿਟੀ ਨੂੰ ਕਿਵੇਂ ਜੁਆਇਨ ਕੀਤਾ ਜਦ ਕਿ ਇਹਨਾਂ ਨੇ ਇੱਕ ਬਹੁਤ ਵੱਡੀ ਲਾਅ ਫਰਮ ਵਧੀਆ ਕੰਮ ਕਰ ਰਹੀ ਹੈ ਔਰ ਇੱਕ ਪਾਸੇ ਵਕੀਲ ਹੋਵੇ ਇੱਕ ਪਾਸੇ ਸਿਟੀ ਦਾ ਕੰਮ ਹੋਵੇ ਜਿਹੜੀ ਕਿ ਸਿਟੀ ਅਕਸਰ ਬਰੰਪਟਨ ਦੀ ਕਈ ਸਾਲਾਂ ਤੋਂ ਬਦਨਾਮ ਰਹੀ ਸਿਟੀ ਔਰ ਇਹਨੂੰ ਇਹਨਾਂ ਨੇ ਜੁਆਇਨ ਕਿਉਂ ਕੀਤਾ ਇਹਨਾਂ ਨੂੰ ਕੋਈ ਲੈ ਕੇ ਆਇਆ ਜਾਂ ਇਹਨਾਂ ਦਾ ਮਨ ਕਿਵੇਂ ਭਟਕਿਆ ਇਹ ਸਾਡਾ ਸਵਾਲ ਹੈ ਜਿਹੜਾ ਕਿ ਬੜਾ ਤਿੱਖਾ ਨਿੱਕੀ ਜੀ ਨੂੰ ਸਵਾਲ ਹੈ ਬਾਕੀ ਨਿੱਕੀਆਂ ਗੱਲਾਂ ਦੀ ਪੂਰੀ ਜਾਣਕਾਰੀ ਨਿੱਕੀ ਜੀ ਦੇ ਕੋਲ ਹੈ ਕਿਉਂਕਿ ਇਹ 3 ਸਮਾਂ ਸਿਟੀ ਦੇ ਵਿੱਚ ਰਹੇ ਨੇ ਇਹਨਾਂ ਨੂੰ ਪੂਰਾ ਗਿਆਨ ਹੈ ਕਿ ਸਿਟੀ ਵਿੱਚ ਕਿਹੜੀਆਂ ਧਾਂਦਲੀਆਂ ਹੋਈਆਂ ਨੇ ਅਤੇ ਕੁਝ ਕੰਮ ਨਿੱਕੀ ਜੀ ਐਨਫੋਰਸਮੈਂਟ ਡਿਪਾਰਟਮੈਂਟ 'ਚ ਨਹੀਂ ਇੱਕ ਫੜ ਕੇ ਚੁੱਕ ਕੇ ਅੰਦਰ ਲੈਣਗੇ ਕਿਸੇ ਵਿਅਕਤੀ ਨੂੰ ਇਹ ਡਿਪਾਰਟਮੈਂਟ ਵੱਖਰਾ ਹੁੰਦਾ ਹੈ ਐਨਫੋਰਸਮੈਂਟ ਡਿਪਾਰਟਮੈਂਟ ਜਿਨ੍ਹਾਂ ਨੇ ਅਰੈਸਟ ਕਰਨਾ ਹੈ ਆਈ ਥਿੰਕ ਦਿਸ ਇਜ਼ ਅੰਡਰ ਆਰਸੀਐਮਪੀ ਔਰ ਪੀਰ ਪੁਲਿਸ ਜਾਂ ਆਈ ਡੋਂਟ ਨੋ ਕਿ ਸਿਸਟਮ ਕੀ ਹੈ ਔਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜਿਨ੍ਹਾਂ ਨੇ ਦੇਖਿਆ ਜਾਵੇ ਕਿ ਗਲਤ ਕੰਮ ਕੀਤਾ ਉਹਨਾਂ ਨੇ ਅਰੈਸਟ ਹੋਣਾ ਹੈ ਵੱਡੇ ਇੱਥੇ ਪੋਲੀਟੀਸ਼ੀਅਨ ਮੰਤਰੀ ਇਹ ਨਹੀਂ ਕਿ ਸਿਰਫ ਸਾਡੇ ਪੰਜਾਬ ਵਿੱਚ ਹੀ ਬਾਹਰਲੇ ਦੇਸ਼ਾਂ ਵਿੱਚ ਵੀ ਹੁੰਦੇ ਨੇ ਸਾਡੇ ਕੈਨੇਡਾ ਦੀ ਹਿਸਟਰੀ ਵਿੱਚ ਦੇਖੀ ਜਾਵੇ ਕਿ ਬਹੁਤ ਸਾਰੀ ਇਹੋ ਜਿਹੀ ਸਿਟੀ ਨੇ ਔਰ ਇਹ ਮਿਸਾਗਾ ਦਾ ਵੀ ਇੱਕ ਸਿਟੀ ਕਾਉਂਸਲ ਸੀ ਤੁਹਾਨੂੰ ਯਾਦ ਹੋਵੇਗਾ ਕਿ ਉਹ ਵੀ ਕੁਝ ਸਮਾਂ ਬਲੈਕ ਕਮਿਊਨਿਟੀ ਨਾਲ ਰਿਲੇਟਡ ਸੀ ਉਹਨੂੰ ਵੀ ਜੇਲ੍ਹ ਜਾਣਾ ਪਿਆ ਸੀ ਆਈ ਥਿੰਕ ਮੈਂ ਨਾਮ ਉਹਦਾ ਭੁੱਲ ਗਿਆ ਔਰ ਮੈਂ ਤੁਹਾਨੂੰ ਬਹੁਤ ਜਲਦ ਦੱਸਾਂਗਾ ਔਰ ਉਸ ਤੋਂ ਇਲਾਵਾ ਕੁਝ ਹੋਰ ਵੀ ਸਾਡੇ ਮੇਅਰ ਰਹੇ ਨੇ ਜਾਂ ਫਿਰ ਰੀਜਨਲ ਕਾਉਂਸਲਰ ਰਹੇ ਨੇ ਜਿਹੜੇ ਕਿ ਜੇਲ੍ਹ ਜਾ ਚੁੱਕੇ ਨੇ ਔਰ ਐਮਪੀ ਵੀ ਜੇਲ੍ਹ ਜਾ ਚੁੱਕੇ ਨੇ ਜਾਂ ਐਮਪੀਆਂ ਤੇ ਚਾਰਜਸ ਲੱਗੇ ਹੋਏ ਨੇ ਅਤੇ ਉਹ ਵੀ ਹੁਣ ਜਾਣ ਨੂੰ ਤਿਆਰ ਰਹਿਣਗੇ ਸੋ ਜਦੋਂ ਕੋਈ ਵੀ ਗਲਤ ਕੰਮ ਕਰੇਗਾ ਉਹ ਜੇਲ੍ਹ ਜਾਵੇਗਾ ਲੇਕਿਨ ਤੁਸੀਂ ਇੱਕ ਲਾਅ ਫਰਮ ਆਪਰੇਟ ਕਰਦੇ ਹੋ ਤੁਹਾਡੀ ਹਾਲੇ ਵੀ ਲਾਅ ਫਰਮ ਚੱਲ ਰਹੀ ਹੈ ਹਾਂਜੀ ਤੁਸੀਂ ਇਸ ਸਿਟੀ ਦੇ ਵਿੱਚ ਕਿਵੇਂ ਮਨ ਬਣਾਇਆ ਜਾਂ ਤੁਹਾਨੂੰ ਕਿਸੇ ਨੇ ਲੈ ਕੇ ਆਂਦਾ ਸਿਟੀ ਵਿੱਚ ਲੋਕਾਂ ਦੇ ਵਿੱਚ ਮਨ ਵਿੱਚ ਇੱਕ ਸਵਾਲ ਹੈ ਜਿਹੜਾ ਕਿ ਬਾਰ-ਬਾਰ ਲੋਕ ਪੁੱਛਣਾ ਚਾਹੁੰਦੇ ਆ ਮਨ ਦੇ ਵਿੱਚ ਸਵਾਲ ਉਹਨਾਂ ਨੂੰ ਕਲੀਅਰ ਨਹੀਂ ਹੋ ਪਾ ਰਿਹਾ ਕਿ ਨਿੱਕੀ ਜੀ ਕਿਵੇਂ ਕਿਸ ਤਰ੍ਹਾਂ ਸਿਟੀ ਵਿੱਚ ਆਏ ਤੇ ਉਹਨਾਂ ਦਾ ਮਕਸਦ ਕੀ ਸਿਟੀ ਵਿੱਚ ਆਉਣ ਦਾ ਹਾਂਜੀ ਥੈਂਕ ਯੂ ਇਹ ਤੁਸੀਂ ਕਲੀਅਰ ਕਰੋ ਕਿ ਸਾਨੂੰ ਸਿਰਫ ਹੋਰ ਕੋਈ ਉਹਨਾਂ ਦੀ ਕਾਰਗੁਜ਼ਾਰੀ ਦੀ ਡਾਊਟ ਨਹੀਂ ਹੈ ਕਮਿਊਨਿਟੀ ਰਿਸਪੈਕਟ ਕਰਦੀ ਹੈ ਅਸੀਂ ਵੋਟ ਪਾਉਣ ਨੂੰ ਤਿਆਰ ਹਾਂ ਸਭ ਸਾਨੂੰ ਲੋਕ ਡਾਊਟ ਕ੍ਰੀਏਟ ਕਰ ਰਹੇ ਨੇ ਕਿ ਇਹ ਪੁੱਛੋ ਕਿ ਇਹਨਾਂ ਦਾ ਸਿਟੀ ਵਿੱਚ ਆਉਣ ਦਾ ਮਕਸਦ ਕੀ ਤੇ ਇਹ ਕਹਿੰਦੇ ਕਿ ਇਹ ਜਿਹੜੀ ਟੀਮ ਇਸ ਵੇਲੇ ਹੈ ਉਹਦਾ ਇੱਕ ਹਿੱਸਾ ਨੇ ਇਨ ਸੈਂਸ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਥੈਂਕ ਯੂ ਫॉर ਦਿਸ ਕੁਐਸਚਨ ਮੈਂ ਸਾਰਿਆਂ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੀ ਹਾਂ 2019 ਦੇ ਵਿੱਚ ਇਹ ਜੌਬਸ ਨਿਕਲੀਆਂ ਸੀ ਸਿਟੀ ਦੇ ਵੱਲੋਂ there was more than 100 jobs ਤੇ ਉਹਨਾਂ ਤੋਂ ਮੈਂ ਅਪਲਾਈ ਕੀਤਾ ਤੇ ਅਪਲਾਈ ਜੌਬ ਕੀ ਸੀ ਕਾਹਦੇ ਵਾਸਤੇ ਸੀ ਜੌਬ ਇਹ ਡਾਇਰੈਕਟਰ ਆਫ ਕਾਰਪੋਰੇਟ ਪ੍ਰੋਜੈਕਟਸ ਪਾਲਿਸੀ ਐਂਡ ਗਵਰਨਮੈਂਟ ਰਿਲੇਸ਼ਨਸ ਦੀ ਜੌਬ ਨਿਕਲੀ ਸੀਗੀ ਕਿੰਨੀ ਜੌਬ ਸੀ 100 ਸੀ ਬਹੁਤ ਜ਼ਿਆਦਾ ਜੌਬ ਸੀਗੀਆਂ ਉਸ ਟਾਈਮ ਤੇ ਮੈਂ 2 ਜੌਬਾਂ ਦੇਖੀਆਂ ਸੀਗੀਆਂ ਮੈਂ ਇਹ ਜੌਬ ਦੇ ਵਾਸਤੇ ਅਪਲਾਈ ਕੀਤਾ ਐਂਡ ਮੈਨੂੰ ਥੋੜੇ ਟਾਈਮ ਦੇ ਬਾਅਦ ਇੱਕ ਤੁਸੀਂ ਸਪਾਰਸ਼ ਲਈ ਫਿਰ ਜਾਂ ਫਿਰ ਰੈਗੂਲਰ ਬੇਸ ਤੇ ਤੁਹਾਨੂੰ ਸਿਲੈਕਟ ਹੋ ਗਏ ਨਹੀਂ ਜਦੋਂ ਨਾ ਤੁਸੀਂ ਜੌਬਸ ਲੱਭਦੇ ਹੁੰਨੇ ਤੁਸੀਂ ਗੂਗਲ ਤੇ ਜਾ ਕੇ ਉਹ 2-3 ਸਾਈਟਸ ਹੁੰਦੀਆਂ ਤੁਸੀਂ ਉੱਥੇ ਆਪਣੀ ਇਨਫੋਰਮੇਸ਼ਨ ਪਾ ਲੈਣੇ ਜੋ ਵੀ ਤੁਸੀਂ ਲੱਭਦੇ ਹੋ ਦੁਬਾਰਾ ਤੁਹਾਨੂੰ ਉਹ ਈਮੇਲਸ ਆਈ ਜਾਂਦੀਆਂ ਸੋ ਜਦੋਂ ਮੈਨੂੰ ਇਹਦੀ ਈਮੇਲ ਆਈ ਤੇ ਮੈਂ ਆਬਵੀਅਸਲੀ ਇਹਨੂੰ ਅਪਲਾਈ ਕਰਤਾ ਐਂਡ ਇੱਕ ਥਰਡ ਪਾਰਟੀ ਫਰਮ ਸੀ ਜਿਹੜਾ ਇੰਟਰਵਿਊਜ਼ ਕਰ ਰਿਹਾ ਸੀਗਾ ਉਹ 5 ਇੰਡੀਪੈਂਡੈਂਟ ਜਾਣੇ ਸੀ ਜਿਹੜੇ ਪੈਨਲ ਤੇ ਬੈਠੇ ਸੀ ਉਹਨਾਂ ਦੇ ਨਾਲ ਮੇਰੀ ਇੰਟਰਵਿਊਜ਼ ਹੋਈਆਂ ਐਂਡ ਉਸ ਤੋਂ ਬਾਅਦ ਮੈਂ ਸਿਟੀ ਨੂੰ ਜੁਆਇਨ ਕੀਤਾ ਐਂਡ ਜਦੋਂ ਮੈਂ ਜੁਆਇਨ ਕੀਤਾ ਮੈਂ ਸੀਏਓ ਜਿਹੜਾ ਪਹਿਲਾਂ ਫਾਇਰ ਹੋ ਚੁੱਕਿਆ ਉਹਨੂੰ ਮੈਂ ਡਾਇਰੈਕਟਲੀ ਰਿਪੋਰਟ ਕਰਦੀ ਸੀਗੀ ਕਾਫੀ ਕੁਛ ਮੈਂ ਉੱਥੇ ਦੇਖਦੀ ਗਈ ਕੰਮ ਵੀ ਕਰਦੀ ਗਈ ਐਂਡ ਮੈਂ ਆਪਦਾ ਕੰਮ ਬੜੀ ਓਨੈਸਟੀ ਦੇ ਨਾਲ ਤੇ ਟ੍ਰਾਂਸਪੇਰੈਂਸੀ ਤੇ ਕਲੀਅਰਟੀ ਦੇ ਨਾਲ ਕੀਤਾ ਮੇਰੇ ਕੋ ਅੱਜ ਦੀ ਡੇਟ ਦੇ ਵਿੱਚ ਵੀ ਨੋਟਸ ਪਏ ਆ ਇੱਕ ਚੀਜ਼ ਤੇ ਜਿਹੜੀ ਤੇ ਕੰਮ ਕੀਤਾ ਉਹ ਪ੍ਰੋਪਰ ਮੇਰੇ ਕੋ ਸਾਰਾ ਕੁਝ ਹੈਗਾ ਜੇ ਕਿਸ ਨੇ ਦੇਖਣਾ ਵੀ ਚਾਹਣਾ ਉਹ ਅੱਜ ਵੀ ਅਵੇਲੇਬਲ ਹੈਗੇ ਆ ਜਿਹੜੀਆਂ ਫਾਈਲਾਂ ਤੇ ਕੀ ਕੁਝ ਕੀਤਾ ਜਦ ਤੁਸੀਂ ਜੁਆਇਨ ਕੀਤਾ ਤੁਹਾਨੂੰ ਕਿੰਨੇ ਸਮੇਂ ਦੇ ਵਿੱਚ ਪਤਾ ਲੱਗਿਆ ਕਿ ਇਸ ਵਿੱਚ ਕੁਝ ਕਪੜਾ ਹੋ ਰਿਹਾ ਹਾਂਜੀ ਔਰ ਇਹ ਤਾਂ ਕੰਮ ਗਲਤ ਹੈ ਇਹ ਕੰਮ ਤੁਸੀਂ ਆਪ ਨਹੀਂ ਕਰਨਾ ਨਾ ਕਰਨ ਦੇਣਾ ਇਹ ਤੁਹਾਡੇ ਮਨ ਵਿੱਚ ਜ਼ਰੂਰ ਹੋਊਗਾ ਹਾਂਜੀ ਕਿ ਇਹ ਤਾਂ ਇੱਕ ਫਰਾਡ ਹੈ ਥੋੜਾ ਜਿਹਾ ਕਿਉਂਕਿ ਫਾਈਲਾਂ ਜਿਹੜੀਆਂ ਹੁੰਦੀਆਂ ਸਿਟੀ ਦੇ ਵਿੱਚ ਉਹਨਾਂ ਨੂੰ ਨਾਰਮਲੀ 3-4 ਸਾਲ ਤਾਂ ਲੱਗ ਹੀ ਜਾਂਦੇ ਆ ਕਿਤੇ ਮੂਵਮੈਂਟ ਵਾਸਤੇ ਮੈਂ 2-3 ਸਾਲਾਂ 'ਚ ਦੇਖਦੀ ਰਹੀ ਕੀ ਹੋ ਰਿਹਾ ਐਂਡ ਹੋਰ ਬੜੀਆਂ ਛੋਟੀਆਂ ਗੱਲਾਂ ਸਾਈਡ ਲਾਈਨਾਂ ਦੇ ਵਿੱਚ ਹੋਣ ਲੱਗ ਗਈਆਂ ਉਹਨਾਂ ਦੇ ਵਿੱਚ ਮੈਨੂੰ ਪਤਾ ਲੱਗਣ ਲੱਗ ਗਿਆ ਐਂਡ ਜਦੋਂ ਮੈਂ ਸਾਰਿਆਂ ਨੂੰ ਦੱਸਿਆ ਪਹਿਲਾਂ ਮੈਂ ਕੁਝ ਵੀ ਕਰਨ ਤੋਂ ਪਹਿਲਾਂ ਜਿਹੜਾ ਆਪਣਾ HR ਡਿਪਾਰਟਮੈਂਟ ਆ ਜਿਹੜਾ ਕਰੰਟ ਮੇਅਰ ਆ ਹੋਰ ਜਾਰਿਆਂ ਨੂੰ ਬੜੇ ਅਪਰੋਚ ਕੀਤਾ ਬਟ ਕਿਸੇ ਨੇ ਅਨਫੋਰਚੂਨਟਲੀ ਕੁਝ ਨਹੀਂ ਕੀਤਾ
ਤੇ ਫਿਰ 2021 ਅਪ੍ਰੈਲ ਦੇ ਵਿੱਚ ਮੈਂ ਸਾਰਾ ਕੁਝ ਮੀਡੀਆ ਦੇ ਵਿੱਚ ਰਿਲੀਜ਼ ਕੀਤਾ ਵੀ ਅੰਦਰ ਸਿਟੀ ਦੇ ਵਿੱਚ ਕੀ ਹੁੰਦਾ ਵਾ ਐਂਡ ਮੈਂ ਬਹੁਤ ਕਲੀਅਰ ਕਰਨਾ ਚਾਹੁੰਦੀ ਆ ਵੀ ਮੈਂ ਕਰੰਟ ਮੇਅਰ ਦੇ ਨਾਲ ਜਮਾ ਨਹੀਂ ਮਿਲੀ ਹੋਈ ਕਿਉਂਕਿ ਜੇ ਗੱਲ ਹੁੰਦੀ ਨਾ ਮੈਂ ਕੁਝ ਰਿਲੀਜ਼ ਨਹੀਂ ਕਰਨਾ ਸੀਗਾ ਮੈਂ ਸੱਚ ਤਾਂ ਦੱਸਿਆ ਕਿਉਂਕਿ ਮੈਂ ਵੀ ਇੱਕ ਬ੍ਰੈਂਪਟੋਨੀਅਨ ਆ ਐਂਡ ਆਮ ਅ ਰੀਲੀ ਪ੍ਰਾਊਡ ਬ੍ਰੈਂਪਟੋਨੀਅਨ In fact, I say I'm a daughter of Brampton. This is my slogan for the whole. ਮਾਫ ਕਰਨਾ ਜਿਹੜੀਆਂ ਧਾਂਦਲੀਆਂ ਹੋ ਰਹੀਆਂ ਸੀ ਸਿਟੀ ਦੇ ਵਿੱਚ ਤੁਸੀਂ ਦੇਖਿਆ ਕਿ ਇਹ ਤਾਂ ਇੱਕ ਬਹੁਤ ਵੱਡਾ ਸਿਟੀ ਨੂੰ ਨੁਕਸਾਨ ਦੇ ਰਹੀਆਂ ਨੇ ਔਰ ਤੁਹਾਡੀ ਆਤਮਾ ਨੇ ਅਲਾਉ ਨਹੀਂ ਕੀਤਾ ਕਿ ਇਹਨਾਂ ਨੂੰ ਹਾਈਡ ਕਰੀਏ ਜਾਂ ਫਿਰ ਕਿਸੇ ਪ੍ਰੈਸ਼ਰ ਹਟਾਉਣ ਕਿ ਅਸੀਂ ਨਾ ਲੈ ਕੇ ਬਾਹਰ ਤੇ ਤੁਹਾਡਾ ਮੇਨ ਮਕਸਦ ਸੀਗਾ ਲੋਕਾਂ ਤੱਕ ਪਹੁੰਚਾਉਣਾ ਤਾਂ ਜਿਹੜਾ ਫਸਟ ਸਟੈਪ ਆ ਜਿਹੜੀਆਂ ਜੋ ਵੀ ਵਾਪਰਿਆ ਸੀਗਾ ਫਰਾਡ ਹੋ ਰਹੇ ਸੀਗੇ ਉਹ ਇਨਫੋਰਮ ਕਰਨਾ ਕਿਹਨੂੰ ਹੁੰਦਾ ਮੈਨੂੰ ਹੁੰਦਾ ਪਹਿਲਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਸੀਏਓ ਆ ਉਹ ਗੱਲ ਨਹੀਂ ਸੁਣ ਰਿਹਾ ਸੀ ਸੋ ਮੈਂ ਮੇਅਰ ਨੂੰ ਕਿਹਾ ਮੈਂ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਨੂੰ ਵੀ ਕਿਹਾ ਕਿਸੇ ਨੇ ਕੋਈ ਗੱਲ ਨਹੀਂ ਤੁਹਾਡਾ ਹੈਡ ਕੌਣ ਸੀ ਵੈਸੇ ਸਾਡਾ ਜਿਹੜਾ ਸੀਏਓ ਸੀ ਉਹ ਮੇਅਰ ਦੇ ਇਨਸਟਰਕਸ਼ਨਸ ਉੱਥੋਂ ਹੀ ਲੈ ਕੇ ਸਾਰਾ ਕੁਝ ਕਰ ਰਿਹਾ ਸੀ ਇਹ ਪਤਾ ਲੱਗਿਆ ਬਾਅਦ ਚੋਂ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਆ ਜਿਹੜਾ ਪਹਿਲਾਂ ਨਹੀਂ ਸੀ ਪਤਾ ਇਸ ਗੱਲ ਦਾ ਐਕਚੁਅਲੀ ਚੀਜ਼ਾਂ ਬਾਹਰ ਆ ਰਹੀਆਂ ਸੀ ਜਿਵੇਂ ਛੋਟੀਆਂ ਗੱਲਾਂ ਹੁੰਦੀਆਂ ਨਾ ਜਿਵੇਂ ਮੀਂਹ ਫੁੱਲ ਪੈਣਾ ਹੁੰਦਾ ਪਹਿਲਾਂ ਥੋੜਾ ਮੀਂਹ ਪੈਂਦਾ ਨਾ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਸੋ ਕਨੈਕਸ਼ਨ ਆਫ ਦ ਡਾਟਸ 2-3 ਸਾਲ ਲੱਗ ਗਏ ਉਹ ਚੀਜ਼ ਨੂੰ ਬਾਹਰ ਆਉਣ ਨੂੰ ਆਈ ਸੀ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕੀ ਫਾਈਂਡ ਆਊਟ ਕੀਤਾ ਕਿੰਨਾ ਕਪੜਾ ਹੋਇਆ ਜਿਹੜਾ ਕਿ ਤੁਸੀਂ ਪ੍ਰੈਸ ਵਿੱਚ ਆਣ ਕੇ ਲੋਕਾਂ ਨੂੰ ਦੱਸਿਆ ਸਾਰਿਆਂ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦੀ ਵੀ ਇੱਕ ਬ੍ਰੈਂਪਟਨ ਯੂਨੀਵਰਸਿਟੀ ਦਾ ਫਾਈਲ ਹੈ ਬੜਾ ਉੱਤੇ ਰੌਲਾ ਪਾਇਆ ਇਹਨਾਂ ਨੇ 2-3 ਸਾਲ ਓਵਰ 500,000 ਜਿਹੜਾ ਰੈਜ਼ੀਡੈਂਸ ਦੇ ਪੈਸੇ ਆ ਉਹ ਵਰਤੇ ਗਏ ਜਿਹਦੀ ਅੱਜ ਤੱਕ ਕੋਈ ਐਕਸਪਲੇਨੇਸ਼ਨ ਨਹੀਂ ਕਿਸੇ ਨੇ ਦੱਸਿਆ ਨਹੀਂਗਾ ਵੀ ਪੈਸੇ ਕਿੱਥੇ ਗਏ ਤੇ ਮੈਂ ਕਿਉਂ ਵਰਤੇ ਇਹਨਾਂ ਦੇ ਜਿਹੜਾ ਮੇਅਰ ਆ ਇੱਕ ਹੋਰ ਗੱਲ ਕਿੰਨਾ ਪੈਸਾ ਜਿਹੜਾ ਕਿ ਲੋਕਾਂ $5 ਲੱਖ ਉਹ ਫਾਈਲ ਦਾ ਗਿਆ ਵਾ ਉਹ ਤਾਂ ਓਵਰ ਹੀ ਹੋਣਾ ਵਾ ਜ਼ਿਆਦਾ ਇੱਕ ਰੀਸੈਂਟਲੀ ਸਾਨੂੰ ਪਤਾ ਲੱਗਿਆ ਵੀ 186,000 ਹਜੇ ਇਹੀ ਨੰਬਰ ਬਾਹਰ ਆਇਆ ਪਰ ਜ਼ਿਆਦਾ ਹੋਣਾ ਵੀ ਜਿਹੜਾ ਮੇਅਰ ਆ ਉਹਨੇ ਆਪਣੇ ਵਕੀਲਾਂ ਨੂੰ ਦਿੱਤਾ ਉਹ ਸਾਰੇ ਰੈਜ਼ੀਡੈਂਸ ਦੇ ਪੈਸੇ ਆ ਜਿਹੜੇ ਲਾਸਟ ਤੇ ਉਹਦੇ ਮੇਅਰ ਬਣ ਤੋਂ ਪਹਿਲਾਂ ਦੇ ਬਣੇ ਹੋਏ ਆ ਸੋ ਦੁਬਾਰਾ ਆਪਾਂ ਇੱਕ ਹੀ ਗੱਲ ਦੇਖਦੇ ਆ ਸਿਟੀ ਦੇ ਵਿੱਚ ਟੈਂਡਰਿੰਗ ਹੁੰਦੀ ਆ ਟੈਂਡਰਿੰਗ ਆਫਰਸ ਹੁੰਦੀਆਂ ਕੰਟਰੈਕਟਸ ਜਦੋਂ ਵੰਡੇ ਜਾਂਦੇ ਆ ਕੰਮ ਦੇ ਵਾਸਤੇ ਜੋ ਸਿਟੀ ਦੀ ਸਰਵਿਸਿਜ਼ ਆ ਉਹ ਕੱਲੇ ਇਹਨਾਂ ਦੇ ਫਰੈਂਡਸ ਨੂੰ ਜਾਂਦੇ ਆ ਉਹ ਸਿੰਗਲ ਸੋਰਸਡ ਹੁੰਦੇ ਆ ਆਈ ਨਹੀਂ ਵੀ 10 ਜਾਣੇ ਆਣ ਇੱਕ ਕੰਮ ਦੇ ਵਾਸਤੇ ਉਹਦੀ ਕੋਈ ਬੈਟਰ ਸਰਵਿਸ ਨਹੀਂ ਦੇਖੀ ਜਾਂਦੀ ਨਾ ਬੈਟਰ ਵੈਲਿਊ ਦੇਖੀ ਜਾਂਦੀ ਆ ਇਹਨੇ ਦੁਬਾਰਾ ਵਾਰ ਆਪਾਂ ਇਹੀ ਚੀਜ਼ ਦੇਖ ਰਹੇ ਆ ਸੋ ਸਭ ਜਿਹੜੇ ਜਾਣਨ ਵਾਲੇ ਲੋਕ ਆ ਉਹਨਾਂ ਨੂੰ ਹੀ ਸਾਰੇ ਗੱਫੇ ਮਿਲਦੇ ਰਹੇ ਆ ਉਹਨਾਂ ਨੂੰ ਇਹ ਜੌਬਸ ਜਾਂ ਫਿਰ ਕੰਟਰੈਕਟ ਜਿਹੜੇ ਦਿੱਤੇ ਜਾਂਦੇ ਰਹੇ ਆ ਐਂਡ ਕਦੇ ਕੰਮ ਨਹੀਂ ਨਿਕਲਿਆ ਗੱਲ ਇਹ ਬਹੁਤ ਜ਼ਰੂਰੀ ਆ ਪੈਸੇ ਵੀ ਦਿੱਤੇ ਆਪਾਂ ਇਨਵੈਸਟ ਵੀ ਕੀਤਾ ਕਦੇ ਆਪਾਂ ਨੂੰ ਆਊਟਕਮ ਇਹਨਾਂ ਨੇ ਡਿਲੀਵਰ ਨਹੀਂ ਹੋਣ ਦਿੱਤੀ ਲੋਕਾਂ ਨੂੰ ਤੁਸੀਂ 3 ਸਾਲ ਜਿਹੜਾ ਤੁਹਾਡਾ ਐਕਸਪੀਰੀਅੰਸ ਰਿਹਾ ਸਾਫ਼ ਸਪਸ਼ਟ ਕਹਿਣਾ ਕੀ ਚਾਹੁੰਦੇ ਹੋ ਕਿ ਸਿਟੀ ਵਿੱਚ ਜਿਹੜੀ ਮੇਜਰ ਆ ਪ੍ਰੋਬਲਮ ਜਿਹੜੀ ਰਹੀ ਆ ਤਾਂ ਲੋਕਾਂ ਨੂੰ ਹਾਲੇ ਤੱਕ ਪਤਾ ਨਹੀਂ ਆ ਤਾਂ ਜਿਸ ਕਰਕੇ ਲੋਕ ਹਾਲੇ ਵੀ ਜਿਹੜੇ ਦਚਿੱਤੀ ਵਿੱਚ ਨੇ ਡਬਲ ਮਾਈਂਡਡ ਨੇ ਅਸੀਂ ਕਹਿ ਲਈਏ ਜੀ ਅੰਗਰੇਜ਼ੀ ਵਿੱਚ ਤਾਂ ਉਹਨਾਂ ਦਾ ਤੁਸੀਂ ਮਾਈਂਡ ਕਿਵੇਂ ਕਲੀਅਰ ਕਰਕੇ ਜਾਵੋ ਅੱਜ ਕਿ ਨੈਕਸਟ ਵੀਕਐਂਡ ਤੇ ਤੁਹਾਨੂੰ ਵੋਟ ਠਾ ਕਰਕੇ ਪਾਉਣ ਅਤੇ ਤੁਹਾਨੂੰ ਜਿਤਾਉਣ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਵੀ ਸ਼ੰਕਾ ਆ ਉਹ ਤੁਸੀਂ ਅੱਜ ਕਲੀਅਰ ਕਰ ਦਿੱਤੀ ਹੈ ਕਿ ਤੁਸੀਂ ਸਿਟੀ ਵਿੱਚ ਕਿਵੇਂ ਇਨਵੋਲਵ ਹੋਏ ਹੋ ਔਰ ਤੁਸੀਂ ਕਿਸੇ ਦੇ ਰਾਹੀਂ ਨਹੀਂ ਆਏ ਔਰ ਕਿਸੇ ਦੀ ਟੀਮ ਦੇ ਮੈਂਬਰ ਵੀ ਨਹੀਂ ਰਹੇ ਹੋ ਅਤੇ ਇਹ ਜਿਹੜਾ ਖਰਚ ਸੀਗਾ ਇਹ ਕਿਵੇਂ ਕਿਸ ਤਰ੍ਹਾਂ ਮਿਸਯੂਜ਼ ਹੋਇਆ ਔਰ ਸਾਰਾ ਪੈਸਾ ਕਮਿਊਨਿਟੀ ਦਾ ਪੈਸਾ ਹੈ ਜਿਹੜਾ ਕਿ ਮਿਸਯੂਜ਼ ਤੁਸੀਂ ਗੱਲ ਕੀਤੀ ਹੈ ਪਰ ਤੁਸੀਂ ਅੰਤ ਵਿੱਚ ਲੋਕਾਂ ਨੂੰ ਕਿਹੜਾ ਐਸਾ ਮੈਸੇਜ ਦੇਣਾ ਚਾਹੁੰਦੇ ਹੋ ਕਿ ਆਹਾ ਜਿਹੜੀਆਂ ਮੇਜਰ ਪ੍ਰੋਬਲਮਸ ਜਿਹੜੀਆਂ ਨੇ ਜੇ ਨਾ ਤੁਸੀਂ ਪ੍ਰੈਸ ਰਿਲੀਜ਼ ਕਰਦੇ ਤਾਂ ਇਹ ਹੋਰ ਜਿਹੜਾ ਸੀਗਾ ਫੰਡ ਮਿਸਯੂਜ਼ ਹੋਣ ਦੇ ਕਿਨਾਰੇ ਸੀ ਸਾਰਿਆਂ ਤੋਂ ਪਹਿਲਾਂ ਵੈਰੀ ਕਲੋਜ਼ ਟੂ ਹਾਂਜੀ ਇਹ ਗੱਲ ਬਹੁਤ ਜ਼ਰੂਰੀ ਆ ਵੀ ਸਾਰਿਆਂ ਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਪਿਛਲੇ 4 ਸਾਲਾਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਲਾਈਵਸ ਮਿਲੇ ਆ ਦੁਬਾਰਾ ਐਂਡ ਅਗਲੇ 4 ਸਾਲ ਜੇ ਤੁਸੀਂ ਵੋਟ ਪ੍ਰੋਪਰਲੀ ਨਾ ਪਾਈ ਨਾ ਇਹ ਜਿਵੇਂ ਆਪਾਂ ਦੇਖ ਰਹੇ ਆ ਇਹ ਸ਼ਰੇਆਮ ਤੁਹਾਡੇ ਪੈਸੇ ਓਪਨਲੀ ਵਰਤ ਰਹੇ ਆ ਤੇ ਜਦੋਂ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਤੁਹਾਡੇ ਪੈਸੇ ਕਿੱਥੇ ਜਾ ਰਹੇ ਦੁਬਾਰਾ ਉਹ ਇਨਵੈਸਟੀਗੇਸ਼ਨਸ ਉਹ ਪੈਸਿਆਂ ਨੂੰ ਕਵਰ ਅਪ ਕਰ ਰਹੇ ਆ ਹੁਣੇ ਆਪਣਾ ਰੀਸੈਂਟਲੀ ਇੱਕ ਬਹੁਤ ਵੱਡਾ ਆਡਿਟ ਹੋਇਆ ਸਿਟੀ ਦੇ ਵਿੱਚ ਇੱਕ ਆਡਿਟ ਤਾਂ ਹੁੰਦਾ ਵਾ ਜੇ ਕੋਈ ਚੀਜ਼ ਨੂੰ ਅਸੀਂ ਦੇਖਣਾ ਚਾਹੁੰਦੇ ਆ ਜਿਹੜਾ ਇਹ ਮੇਰਾ ਪੈਟਰਿਕ ਬਰਾਊਨ ਇਹਨੇ ਅਗਸਤ 25 ਨੂੰ ਆਪਦਾ ਹੀ ਆਡਿਟ ਬੰਦ ਕਰਾਤਾ ਜੋ ਇਹਦੇ ਤੇ ਇਹਦੇ ਫਰੈਂਡਸ ਦੇ ਵਿੱਚ ਸੀਗਾ ਜੇ ਕੁਝ ਗਲਤ ਨਹੀਂ ਹੋਇਆ ਜੇ ਇਹਨਾਂ ਨੇ ਕੋਈ ਪੈਸੇ ਨਹੀਂ ਖਾਦੇ ਆਡਿਟ ਕਿਉਂ ਬੰਦ ਕਰਾ ਰਿਹਾ ਇਨਵੈਸਟੀਗੇਸ਼ਨਸ ਨੂੰ ਹੋ ਲੈਣ ਦੋ ਸਾਰਾ ਕੁਝ ਓਪਨ ਕਰਕੇ ਦੱਸੋ ਵੀ ਹੈ ਕੀ ਆ ਐਂਡ ਮੈਂ ਇਹ ਦੁਬਾਰਾ ਤੁਹਾਨੂੰ ਕਹੂੰਗੀ ਜੇ ਉਹ ਵਾਕਈ ਉਹਨਾਂ ਨੇ ਕੁਝ ਕੀਤਾ ਆਪਣੇ ਵਾਸਤੇ ਜਦੋਂ ਮੈਂ ਉਹਨਾਂ ਨੂੰ ਜਵਾਬ ਪੁੱਛਦੀ ਹਾਂ ਉਹ ਆਨਸਰ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਉਹਨਾਂ ਕੋਲ ਆਨਸਰ ਹੈਗਾ ਵੀ ਸਾਡਾ $5 ਲੱਖ ਕਿੱਥੇ ਗਿਆ ਵਾ ਸਾਡੇ ਪੈਸੇ ਦੇ ਦਿਓ ਸਾਨੂੰ ਅਸੀਂ ਕੁਝ ਨਾ ਕਵਾਂਗੇ ਤੁਹਾਨੂੰ ਕੰਮ ਕਰ ਦਿਓ ਸਾਡਾ ਨਿੱਕੀ ਜੀ ਤੁਸੀਂ ਇੰਡੀਅਨ ਲੋਕਾਂ ਵਿੱਚ ਬਹੁਤ ਪਪੂਲਰ ਹੋ ਚੁੱਕੇ ਨੋ ਡਾਊਟ ਹਾਊ ਅਬਾਊਟ ਨਾਨ ਇੰਡੀਅਨ ਲੋਕ ਨੇ ਇੱਥੇ ਰਹਿੰਦੇ ਜਿਹਨੂੰ ਅਸੀਂ ਕਹਿੰਦੇ ਗੋਰੇ ਲੋਕ ਉਹਨਾਂ ਤੱਕ ਤੁਹਾਡੀ ਅਪਰੋਚ ਕੀ ਹੈ
this ਕੀ is ਉਹਨਾਂ ਤੱਕ ਇਹ ਮੈਸੇਜ ਪਹੁੰਚਿਆ ਹੋਇਆ ਆਲਰੇਡੀ? ਇਹ ਮੈਸੇਜ ਬਾਰੇ ਉਹ ਜਾਣਦੇ ਨੇ ਜਾਂ ਹਾਂਜੀ। ਸਾਡੀ ਕਮਿਊਨਿਟੀ ਵਿੱਚ ਇਸ ਮੈਸੇਜ ਦੀ ਚਰਚਾ ਆ ਕਿ ਨਾਨ ਇੰਡੀਅਨ ਲੋਕਾਂ ਤੱਕ, ਨਾਨ ਇੰਡੀਅਨ ਜਿਹੜੀ ਕਮਿਊਨਿਟੀ ਆ ਬਰਾਊਨਟਨ ਬਸਤੀ, ਉਹਨਾਂ ਤੱਕ ਵੀ ਕੁਝ ਸਮੱਸਿਆ ਹੋ ਰਹੀ ਹੈ ਔਰ ਉਹਨਾਂ ਨੂੰ ਕਲੀਅਰ ਕੱਟ ਮੈਸੇਜ ਮਿਲਿਆ ਹੋਇਆ ਆਲਰੇਡੀ? ਜਿਹੜੀ ਨਾਨ ਐਥਨਿਕ ਕਮਿਊਨਿਟੀ ਆ ਉਹਨਾਂ ਦੇ ਵਿੱਚ ਆਲਰੇਡੀ ਕਾਫੀ ਕੁਝ ਜਿਹੜਾ ਹੈਗਾ ਇਹਦਾ ਪਤਾ ਵਾ ਐਂਡ ਅਸੀਂ ਵੀ ਦਿਨ ਰਾਤ ਡੋਰ ਨਾਕਿੰਗ ਕਰ ਰਹੇ ਆ ਵੀ ਜ਼ਿਆਦਾ ਤੋਂ ਜ਼ਿਆਦਾ ਆਪਾਂ ਮੈਸੇਜ ਨੂੰ ਸੈਂਡ ਕਰੀਏ। ਇੱਕ ਆਨਲਾਈਨ ਨਿਊਜ਼ ਬਲੌਗ ਹੈਗਾ thepointer.com, he's done a really good job, the journalist there who's reporting constantly। ਜੇ ਤੁਸੀਂ 4 ਸਾਲ ਦੇ ਉਹਨਾਂ ਦੇ ਰੈਕੋਰਡ ਦੇਖੋ ਨਾ, ਐਵਰੀ ਵੀਕ ਉਹ ਤੁਹਾਨੂੰ ਦੱਸਣਗੇ ਕੀ ਹੋਇਆ। ਟੋਰਾਂਟੋ ਸਟਾਰ ਨੇ ਵੀ ਰਿਪੋਰਟ ਕੀਤੀ, ਗਲੋਬਲ ਨਿਊਜ਼ ਨੇ ਵੀ ਕੀਤਾ, CP24 ਨੇ ਵੀ, ਐਂਡ ਇਹ ongoing and apne koi opportunity, it's a golden opportunity that we must use and actually allow new administration, the Nikki Kaur administration, so we can go forward as a united city। ਸੋ ਤੁਸੀਂ ਅੱਜ ਇਹ ਕਲੀਅਰ ਕਰਕੇ ਚੱਲੇ ਹੋ ਕਿ ਜੋ ਨਥਿੰਗ ਟੂ ਡੂ ਵਿਦ ਜਿਹੜੀ ਟੀਮ ਰਹੀ ਹੈ, ਤੁਸੀਂ ਉਹਨਾਂ ਦੀ ਟੀਮ ਦਾ ਕੋਈ ਹਿੱਸਾ ਨਹੀਂ ਰਹੇ? ਨਹੀਂ ਜੀ, ਮੈਂ ਨਹੀਂ ਹੈਗੀ। ਸੋ ਕਲੀਅਰ ਕੱਟ ਮੈਸੇਜ ਹੈ ਜਿਹੜਾ ਕਿ ਅਸੀਂ ਜਾਣਨਾ ਚਾਹੁੰਦੇ ਸੀਗੇ। ਇਹ ਜਿਹੜਾ ਕੁਐਸਚਨ ਸੀਗਾ ਇਹ ਪਬਲਿਕ ਦਾ ਕੁਐਸਚਨ ਸੀਗਾ, ਜਿਹੜੇ ਪਬਲਿਕ ਸਾਨੂੰ ਨੰਬਰਸ ਆਫ ਈਮੇਲ ਆਏ ਕਿ ਸਾਨੂੰ ਹੋਰ ਕੋਈ ਡਾਊਟ ਨਹੀਂ ਨਿੱਕੀ ਜੀ ਤੇ, ਔਰ ਸਾਨੂੰ ਪੂਰਾ ਫੇਥ ਹੈ ਕਿ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ, ਜਿੱਤਣਗੇ ਅਤੇ ਕੰਮ ਵੀ ਕਰਨਗੇ। ਔਰ ਸਾਡੀ ਡਾਊਟ ਜਿਹੜੀ ਆ ਇਹ ਸਿਰਫ ਕਲੀਅਰ ਕਰ ਦਿਓ ਕਿ ਇਹ ਆਰ ਦੇ ਰਿਲੇਟਡ ਔਰ ਕੋਈ ਸਮਾਂ ਇਹ ਇਕੱਠੇ ਰਹੇ ਨੇ ਔਰ ਇੱਕ ਦੂਜੇ ਦੇ ਨਾਲ ਇਹ ਕੰਮ ਇਕੱਠੇ ਕਰਦੇ ਰਹੇ ਨੇ। ਐਂਡ ਜੋ ਵੀ ਕੁਝ ਹੋਇਆ ਤਾਂ ਅੱਜ ਨਿੱਕੀ ਜੀ ਨੇ ਕਲੀਅਰ ਕਰ ਦਿੱਤਾ ਕਿ ਇਹ ਇਹਨਾਂ ਦੀ ਟੀਮ ਦਾ ਕੋਈ ਹਿੱਸਾ ਨਹੀਂ ਸੀ, ਇਹ ਆਪਣੀ ਜੌਬ ਕਰਦੇ ਸੀ। ਤਾਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ, ਜੋ ਵੀ ਧਾਂਦਲੀਆਂ ਆਈਆਂ ਇਹਨਾਂ ਨੇ ਬਾਹਰ ਲੈ ਕੇ ਆਏ ਨੇ। ਸੋ ਹੁਣ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਵੇਲੇ ਆਪਣੇ ਮਨਪਸੰਦ ਦਾ ਕੈਂਡੀਡੇਟ ਜਿਹੜਾ ਹੈ, ਇਸ ਟੀਮ ਨੂੰ ਕਿਹੜੀ ਨੂੰ ਸਟਰੋਂਗ ਬਣਾਉਣਾ ਹੈ। ਇਹ ਟੀਮ ਜਿਹੜੀ ਆ ਆਪਸ ਵਿੱਚ ਚੰਗੀ ਟੀਮ ਹੋਵੇਗੀ ਤਾਂ ਕੰਮ ਕਰੇਗੀ, ਅਗਰ ਜੇ ਅੱਛੀ ਟੀਮ ਨਾ ਆਈ ਤਾਂ ਫਿਰ ਬਰੈਂਪਟਨ ਦੀ ਫਿਰ ਦੁਆਰਾ ਮੈਸ ਜਿਹੜੀ ਰਹੇਗੀ। ਔਰ ਇਹਦੇ ਵਿੱਚ ਤੁਸੀਂ ਜਾਣਦੇ ਹੋ ਕਿ ਟਰਸਟੀ ਵਾਸਤੇ ਸਕੂਲ ਟਰਸਟੀ ਔਰ ਕਾਉਂਸਲਰ ਸਿਟੀ ਦਾ ਜਿਹੜਾ ਹੈ ਅਤੇ ਰੀਜਨ ਕਾਉਂਸਲਰ ਅਤੇ ਉਸ ਤੋਂ ਬਾਅਦ ਮੇਅਰ ਦੀ ਤੁਸੀਂ ਚੋਣ ਕਰਨੀ ਹੈ। ਔਰ ਤੁਹਾਡਾ ਜਿਹੜਾ ਵੀ ਵਾਰਡ ਹੈ ਔਰ ਟੋਟਲ ਕਿੰਨੇ ਬਰੈਂਪਟਨ ਦੇ ਜਿਹੜੇ ਵੋਟਰਸ ਨੇ, ਜਿਹੜੇ ਰਜਿਸਟਰ ਨੇ ਸੈਂਸਸ ਦੇ ਮੁਤਾਬਕ ਲਾਸਟ ਟਾਈਮ ਜਿਹੜੀ ਮਰਦਸ਼ੁਮਾਰੀ ਹੋਈ ਆ, ਕਿੰਨੇ ਕੋਲ ਪੋਪੂਲੇਸ਼ਨ ਕਿੰਨੀ ਹੈ ਤੇ ਵੋਟਰ ਕਿੰਨੇ ਨੇ ਟੋਟਲ? ਸਾਡੇ ਇੱਥੇ 310,000 ਕੈਨੇਡੀਅਨ ਸਿਟੀਜ਼ਨਸ ਹੈਗੇ ਆ ਐਂਡ ਲਾਸਟ ਟਰਮ ਦੀ ਵੋਟ ਜੋ ਆ 107,000 ਕੈਸਟ ਹੋਈ ਆ। ਜਿਹੜਾ ਹੁਣ ਆਪਣਾ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਇਆ ਇਹ ਤੇ ਅਰਾਊਂਡ 40% ਕੈਸਟ ਹੋਈ ਆ। ਟ੍ਰੈਡੀਸ਼ਨਲੀ ਜਿਹੜਾ ਮਿਊਨਿਸਪਲ ਇਲੈਕਸ਼ਨ ਹੁੰਦਾ ਇੱਥੇ ਸਾਰਿਆਂ ਤੋਂ ਘੱਟ ਹੁੰਦੀ ਆ, ਬਟ ਇਹ ਵਾਰੀ ਆਪਾਂ ਬਹੁਤ ਯੂਨੀਕ ਸਿਚੁਏਸ਼ਨ ਦੇ ਵਿੱਚ ਹੈਗੇ ਆ ਵੀ ਆਪਾਂ ਨੂੰ ਬਹੁਤ ਜ਼ਿਆਦਾ ਚੇਂਜ ਦੀ ਲੋੜ ਆ ਐਂਡ ਵੇਅਰ ਦ ਚੇਂਜ that Brampton needs to move forward। ਤੁਹਾਨੂੰ ਲੱਗਦਾ ਕਿ ਇਸ ਮਿਊਨਿਸਪਲ ਦੇ ਵਿੱਚ ਸਪੈਸ਼ਲ ਸਾਰੇ ਰਿਕਾਰਡ ਤੋੜ ਦੇਵੇਗੀ ਇਹ ਜਿਹੜੀ ਆ ਇਲੈਕਸ਼ਨ ਆ, ਔਰ ਲੋਕ ਜਦੋਂ ਚੇਂਜ ਕਰਦੇ ਨੇ, ਬਦਲਾ ਲਿਆਉਂਦੇ ਨੇ ਤਾਂ ਫਿਰ ਵੋਟ ਜ਼ਿਆਦਾ ਪੈਂਦੀ ਹੈ, ਕੁਦਰਤੀ ਗੱਲ? ਹਾਂਜੀ, for change 100% they do। ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਗੁੱਸਾ ਹੁੰਦਾ ਆ ਉਹ ਫਿਰ ਬਾਹਰ ਕੱਢਣਾ ਚਾਹੁੰਦੇ ਨੇ ਤਾਂ ਆਪਣੀ ਵੋਟ ਨੂੰ ਕਾਸਟ ਕਰਦੇ ਨੇ। ਤਾਂ ਨਹੀਂ ਤਾਂ ਵੀ ਨਾਰਮਲ ਜੇ ਚੱਲਦਾ ਹੋਵੇ ਤਾਂ ਉਸ ਵੇਲੇ ਵੋਟ ਜਿਹੜੀ ਘੱਟ ਪੈਂਦੀ ਹੈ। ਚੇਂਜ ਹੋਵੇ ਤਾਂ ਲੋਕੀ ਜਿਹੜੀ ਕੁਦਰਤੀ ਗੱਲ ਹੈ ਕਿ ਲੋਕ ਆਪਣੀ ਵੋਟ ਨੂੰ ਜ਼ਿਆਦਾ ਕਾਸਟ ਕਰਨ, ਜਿਸ ਕਰਕੇ ਲੋਕਾਂ ਦੇ ਵਿੱਚ ਇਸ ਇਲੈਕਸ਼ਨ ਦੀ ਬੜੀ ਚਰਚਾ ਹੈ। ਗੱਲ ਇਹ ਵਾ ਵੀ ਪਿਛਲੇ 4 ਸਾਲਾਂ ਦੇ ਵਿੱਚ ਆਪਣੇ ਸਾਰਿਆਂ ਨਾਲ ਇੱਕ ਜਾਣੇ ਨਾਲ ਬੜਾ ਕੁਝ ਹੋਇਆ। ਕੋਈ ਟ੍ਰੈਫਿਕ ਸਟਕ ਹੁੰਦਾ, ਕਿਸੇ ਨੂੰ ਮੈਡੀਕਲ ਫੈਸਿਲਿਟੀਜ਼ ਨਹੀਂ ਮਿਲ ਰਹੀ, ਕਿਸੇ ਨੂੰ ਕ੍ਰਾਈਮ ਦੇ ਨਾਲ ਅਫੈਕਟਡ ਹੋਇਆ, ਕਿਸੇ ਦੀ ਹਾਊਸਿੰਗ ਦਾ ਇਸ਼ੂ ਆ। ਆਪਾਂ ਨੂੰ ਬਹੁਤ ਪਰਸਨਲ ਲੈਵਲਸ ਤੇ ਇਹ ਚੀਜ਼ਾਂ ਨੇ ਟੱਚ ਕੀਤਾ ਐਂਡ ਤਾਂ ਕਰਕੇ ਬਹੁਤ ਜ਼ਰੂਰੀ ਆ ਵੀ ਆਪਾਂ ਵੋਟ ਕਾਸਟ ਕਰੀਏ। ਤੁਸੀਂ ਖਾਸ ਕਰਕੇ ਲੇਡੀਜ਼ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਹਾਂਜੀ, ਮੈਂ ਸਾਰੀਆਂ ਆਪਦੀਆਂ ਭੈਣਾਂ ਐਂਡ ਆਲ ਆਫ ਮਾਈ ਮਦਰਸ ਐਂਡ ਐਂਟਸ ਆਊਟ देयर, ਪਲੀਜ਼ ਗਿਵ ਯੋਰ ਡਾਟਰ ਅ ਚਾਂਸ। ਮੈਂ ਬਰੈਂਪਟਨ ਦੀ ਧੀ ਆ, ਮੈਂ ਦੁਬਾਰਾ ਇਹੀ ਗੱਲ ਕਹਿ ਰਹੀ ਆ, ਜਿੰਨਾ ਚਿਰ ਕੋਈ ਤੁਸੀਂ ਵੋਟ ਨਹੀਂ ਪਾਉਂਦੇ ਨਾ ਆਪਾਂ ਮੂਰੇ ਨਹੀਂ ਆ ਸਕਦੇ। ਹੁਣ ਆਪਣੇ ਕੋਲ ਇੱਕ ਬਹੁਤ ਵੱਡਾ ਮੌਕਾ ਵਾ ਵੀ ਆਪਾਂ ਹਿਸਟਰੀ ਬਣਾਉਣੀ ਆ, ਵੀ ਆਪਾਂ ਸਿਟੀ ਆਫ ਬਰੈਂਪਟਨ ਦੀ ਇੱਕ ਮੇਅਰ ਕੌਰ ਬਣਾਉਣੀ ਆ ਐਂਡ ਉਹ ਤੁਹਾਡੇ ਵਾਸਤੇ ਕੰਮ ਕਰੂ ਐਂਡ ਸਾਰਾ ਹੀ ਤੁਹਾਡੇ ਵਾਸਤੇ ਕੰਮ ਕਰੂ ਐਂਡ ਦਿਸ ਇਜ਼ ਵਾਟ ਵੀ ਵਾਂਟ ਟੂ ਡੂ ਫॉर ਯੂ। ਆਈ ਥਿੰਕ ਕਿ ਕੈਨੇਡਾ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਹੋਣਾ ਕਿ ਪੰਜਾਬਣ ਜਿਹੜੀ ਆ ਉਹ ਪਹਿਲੇ ਮੇਅਰ ਹੋਣਗੇ, ਮੇਅਰ ਕੌਰ। ਹਾਂਜੀ, so you should proud of yourself। thank you and you as well। thank you so much। ਔਰ ਇਹ ਨੇ ਸਾਡੇ ਨੈਕਸਟ ਬਣ ਜਾ ਰਹੇ ਮੇਅਰ। ਸੋ ਸਾਡੀਆਂ ਸ਼ੁਭ ਕਾਮਨਾ ਤੁਹਾਡੇ ਨਾਲ ਨੇ ਔਰ ਮੈਨੂੰ ਪਤਾ ਕਿ ਵੱਡੇ ਵੱਡੇ ਜਿਹੜੇ ਸਾਡੇ ਇੱਥੇ ਕਾਫੀ ਮੀਡੀਆ ਵਿੱਚ ਵੀ ਨੇ ਸਤਿਕਾਰਯੋਗ ਜਾਂ ਵੱਖ-ਵੱਖ ਸੰਸਥਾਵਾਂ ਦੇ ਸਾਡੇ ਸਤਿਕਾਰਯੋਗ ਨੇ ਔਰ ਉਹ ਵੀ ਕਾਫੀ ਵੱਡੀ ਗਿਣਤੀ ਵਿੱਚ ਆਪਣੇ ਪੂਰੇ ਪਰਿਵਾਰ ਦੇ ਨਾਲ ਉਹਨਾਂ ਦੇ ਬੱਚੇ ਵੀ ਤੁਹਾਡਾ ਸਹਿਯੋਗ ਦੇ ਰਹੇ ਨੇ। ਤੁਸੀਂ ਉਹਨਾਂ ਦਾ ਆਪਣੇ ਵੋਟਰਸ ਦਾ
ਅਤੇ ਸਪੋਰਟਰਸ ਦਾ ਧੰਨਵਾਦ ਕਰਨਾ ਚਾਹੋਗੇ? ਹਾਂਜੀ, ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੀ ਹਾਂ। ਇੰਨੇ ਜ਼ਿਆਦਾ ਕਮਿਊਨਿਟੀ ਦੇ ਆਪਣੇ ਅੱਛੇ ਉੱਚੇ ਬੰਦੇ ਆਪਣੇ ਨਾਲ ਲੱਗੇ ਐਂਡ ਉਹ ਵੀ ਇਹੀ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਆ ਦੁਬਾਰਾ ਮੈਂ ਕਹਿਣਾ ਚਾਹੁੰਦੀ ਆ ਵੀ ਸੱਚ ਤੇ ਖੜੇ ਆ ਸਾਰੇ ਐਂਡ ਇਹੀ ਕਹਿ ਰਹੇ ਵੀ ਜਿਹੜੀ ਆਉਣ ਵਾਲੀ ਨੈਕਸਟ ਜਨਰੇਸ਼ਨ ਆ ਨਾ ਉਹਦੇ ਵਾਸਤੇ ਆਪਾਂ ਵੇਵ ਪੇ ਕਰੀਏ, ਉਹਨਾਂ ਦੇ ਵਾਸਤੇ ਰਸਤਾ ਬਣਾਈਏ ਵੀ ਉਹ ਆ ਸਕਣ ਐਂਡ ਇਹ ਆਪਣੇ ਵਾਸਤੇ ਇੱਕ ਬਹੁਤ ਵੱਡਾ ਮੌਕਾ ਵਾ, ਬੜੇ ਹਿਸਟੋਰੀਕਲ ਮੂਮੈਂਟ ਹੈਗੀ ਆ ਵੀ ਸਾਰੇ ਆਪਾਂ ਇਕੱਠੇ ਹੋਈਏ ਐਂਡ ਇੱਕ ਦੂਜੇ ਦੇ ਨਾਲ ਅਲੱਗ-ਅਲੱਗ ਨਾ ਹੋਈਏ। ਕਿਉਂਕਿ ਜਿਹੜਾ ਬੰਦਾ ਸਿਟੀ ਵਿੱਚ ਕੰਮ ਕਰ ਚੁੱਕਾ ਆ ਹਾਂਜੀ ਔਰ ਉਹਨੂੰ ਲੋਕਾਂ ਨੇ ਪਰਖਿਆ ਹੁੰਦਾ ਤੇ ਤੁਹਾਡਾ ਕੀਤਾ ਹੋਇਆ ਕੰਮ ਜਿਹੜਾ ਲੋਕਾਂ ਨੇ ਵੇਖਿਆ ਹੁੰਦਾ ਤੇ ਤੁਹਾਨੂੰ ਪਤਾ ਹੁੰਦਾ ਕਿ ਸਿਟੀ ਵਿੱਚ ਜਾ ਕੇ ਤੁਸੀਂ ਕੁਛ ਇਹੋ ਜਿਹੇ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿੱਤਣ ਤੋਂ ਬਾਅਦ ਬਰਮਲੀ ਸਿਟੀ ਸੈਂਟਰ ਜਾਣਾ ਜਾਂ ਸਿਟੀ ਹਾਲ ਜਾਣਾ। ਹਾਂਜੀ, ਸੋ ਇਹ ਵੀ ਵਨ ਮਿਸ ਕਿ ਕੁਛ ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਜਿੱਤ ਕੇ ਸਿਟੀ ਹਾਲ ਜਾਣਾ ਜਾਂ ਬਰਮਲੀ ਸਿਟੀ ਸੈਂਟਰ ਜਾਣਾ। ਜੀ ਸਹੀ ਹੈ। ਸੋ ਆਈ ਥਿੰਕ ਸਾਨੂੰ ਵੀ ਸ਼ੁਡ ਪ੍ਰਾਊਡ ਹਾਂਜੀ ਕਿ ਚੰਗਾ ਬੰਦਾ ਹੈ ਜੀ। ਸੋ ਲੋਕ ਕਹਿੰਦੇ ਕਿ ਬਸ ਜੀ ਇਹ ਇੱਕ ਬਹੁਤ ਵਧੀਆ ਗੱਲ ਹੈ ਕਿ ਜਿਨ੍ਹਾਂ ਦੀ ਚਰਚਾ ਹੈ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਸਿਟੀ ਹਾਲ ਜਾ ਰਹੇ ਹੋ ਨਾ ਕਿ ਬਰਮਲੀ ਸਿਟੀ ਸੈਂਟਰ ਜਾ ਰਹੇ ਹੋ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ, ਗੁੱਡ ਲੱਕ। ਥੈਂਕ ਯੂ ਵੈਰੀ ਮਚ, ਥੈਂਕ ਯੂ।